ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੈਨੇਡਾ ਦੇ ਜਿਹੜੇ 8-10 ਮੁੱਦੇ ਨੇ ਉਹ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਕਿਹੜੀਆਂ ਖਬਰਾਂ ਨੇ, ਕਿਹੜੀਆਂ ਗੱਲਾਂ ਬਾਤਾਂ ਨੇ ਅੱਜ ਕੈਨੇਡਾ ਦੇ ਵਿੱਚ ਚੱਲ ਰਹੀਆਂ। ਇੱਕ ਤਾਂ ਕੋਵਿਡ ਟੈਸਟ ਦੇ ਨੈਗੇਟਿਵ ਟੈਸਟ ਨੂੰ ਲੈ ਕੇ ਰੌਲਾ ਰੱਪਾ ਪੈ ਰਿਹਾ। ਚੀਨ ਤੋਂ ਲਾਜ਼ਮੀ ਕਰਤਾ, ਅੱਗੇ ਕੀ ਕਰਨਾ ਇਹਨਾਂ ਨੇ ਤੇ ਕੀ ਫੈਸਲਾ ਹੋਊਗਾ, ਇਹਦੇ ਬਾਰੇ ਗੱਲਬਾਤ ਕਰਾਂਗੇ। ਦੂਜਾ, ਅੱਜ ਇੱਕ ਰਿਪੋਰਟ ਆਈ ਹੈ ਸਾਹਮਣੇ। ਰਿਪੋਰਟ ਇਹ ਆਈ ਹੈ ਵੀ ਇੱਕ ਆਮ ਬੰਦੇ ਦੀ ਤਨਖਾਹ 'ਚ ਤੇ ਕਿਸੇ ਕੰਪਨੀ ਦੇ CEO ਦੀ ਤਨਖਾਹ ਦੇ ਵਿੱਚ ਫਰਕ ਕਿੰਨਾ ਕੁ, ਇਹ ਸਾਂਝੀ ਕਰਾਂਗੇ। ਫਰੀडम ਕਨਵੋਏ ਫਿਰ ਚਰਚਾ ਦੇ ਵਿੱਚ ਆ। ਪਹਿਲਾਂ ਕਹਿੰਦੇ ਸੀ ਵਿਨੀਪੈਗ ਦੇ ਵਿੱਚ ਹੋਣਾ, ਜਿਹੜਾ ਪਿਛਲੇ ਸਾਲ ਫਰਵਰੀ 'ਚ ਆਟਵਾ 'ਚ ਹੋਇਆ ਸੀ, ਉਹ ਹੁਣ ਉਹਨਾਂ ਦੇ ਕੁਝ ਬੰਦੇ ਮੁੱਕਰ ਗਏ, ਉਹ ਕਹਿੰਦੇ ਹੋਣਾ ਹੀ ਨਹੀਂ, ਜਿਹੜਾ ਸ਼ਾਇਦ ਚੰਗੀ ਗੱਲ ਆ। ਇੱਕ ਖਬਰ ਇਹ ਆ ਰਹੀ ਹੈ ਕਿ ਮਹਿੰਗਾਈ ਦੇ ਕਾਰਨ ਰਿਸ਼ਤਿਆਂ 'ਚ ਤਰੇੜਾਂ ਪੈ ਰਹੀਆਂ। ਆਪਸੀ ਰਿਸ਼ਤੇ ਲੋਕਾਂ ਦੇ ਟੁੱਟ ਰਹੇ ਆ ਕਿਉਂਕਿ ਮਹਿੰਗਾਈ ਬਹੁਤ ਆ। ਇੱਕ ਐਲੈਕਸ ਫਰੇਜ਼ਰ ਤੇ ਹੋਰ ਕਈ ਰਿਵਰਸ ਦੇ ਵਿੱਚ, ਜਿਹੜਾ ਫਰੇਜ਼ਰ ਰਿਵਰ ਆ, ਮਾਫੀ ਚਾਹੁੰਦੇ ਆ, ਇਸ ਪੁਲ ਦੇ ਥੱਲੇ ਜਿਹੜਾ ਦਰਿਆ ਆ ਫਰੇਜ਼ਰ ਆਪਣੇ, ਉਹਦੇ ਵਿੱਚ ਤੇ ਹੋਰ ਕਈ ਦਰਿਆਵਾਂ ਦੇ ਵਿੱਚ ਕਈ ਬਰਫ਼ ਦੇ ਵੱਡੇ ਵੱਡੇ ਮਤਲਬ ਗੋਲੇ ਜਿਹੇ ਪਹਾੜਾਂ ਵਰਗੇ ਜਿਹੜੇ ਵੱਡੇ ਵੱਡੇ ਨਜ਼ਰ ਆ ਰਹੇ ਆ, ਉਹਦੇ ਬਾਰੇ ਗੱਲਬਾਤ ਚੱਲ ਰਹੀ ਹੈ। ਇੱਕ ਹੋਰ ਗੱਲਬਾਤ ਆ ਕਿ ਲੋਕ PR ਕਿਸੇ ਪ੍ਰੋਵਿੰਸ 'ਚ ਲੈਂਦੇ ਆ ਤੇ ਜਦੋਂ PR ਮਿਲ ਜਾਂਦੀ ਉੱਥੋਂ ਮੂਵ ਹੋ ਜਾਂਦੇ ਆ। ਕਿ ਕਈ ਕੈਨੇਡਾ ਦੇ ਜਿਹੜੇ ਪ੍ਰੋਵਿੰਸ ਉੱਥੇ PR ਸੌਖੀ ਮਿਲਦੀ ਆ ਲੈਣ ਲਈ ਤਾਂ ਉੱਥੇ ਚਲੇ ਜਾਂਦੇ, ਪਰ ਰਹਿੰਦੇ ਨਹੀਂ। ਇਸ ਮਾਮਲੇ ਬਾਰੇ ਮੈਂ ਗੱਲਬਾਤ ਕਰਨੀ ਹੈ। ਤੇ ਸਭ ਤੋਂ ਵੱਡਾ ਸਵਾਲ, ਕੀ ਕੈਨੇਡਾ ਦੇ ਵਿੱਚ ਇਸ ਸਾਲ ਮਹਿੰਗਾਈ ਘਟੂਗੀ? ਰਿਪੋਰਟਸ ਦੱਸਦੀਆਂ ਕਿ ਨਹੀਂ। ਜਨਵਰੀ ਤੋਂ BC ਦੇ ਵਿੱਚ ਕਾਨੂੰਨੀ ਤੌਰ 'ਤੇ ਅਫੀਮ ਰੱਖੀ ਜਾ ਸਕਦੀ ਹੈ ਐਸੇ ਮਹੀਨੇ ਦੇ ਆਖਰ ਤੋਂ। ਇਹ ਕੀ ਮਾਮਲਾ ਹੈ, ਇਹ ਵੀ ਤੁਹਾਡੇ ਨਾਲ ਆਪਾਂ ਸਾਂਝਾ ਕਰਨਾ। ਸਭ ਤੋਂ ਪਹਿਲਾ ਮਾਮਲਾ ਕੋਵਿਡ-19 ਟੈਸਟ ਬਾਰੇ। ਕੋਵਿਡ-19 ਟੈਸਟ ਲਾਜ਼ਮੀ ਕਰ ਦਿੱਤਾ ਆ ਜਿਹੜੀਆਂ ਫਲਾਈਟਾਂ ਚੀਨ ਤੋਂ ਆਉਂਦੀਆਂ ਆ। ਪਹਿਲਾਂ ਅਮਰੀਕਾ ਨੇ ਕੀਤਾ ਸੀ ਤੇ ਅਮਰੀਕਾ ਤੋਂ ਬਾਅਦ ਕੈਨੇਡਾ ਨੇ ਵੀ ਕਰ ਦਿੱਤਾ। ਬਹੁਤੀਆਂ ਜਿਹੜੀਆਂ ਚੀਜ਼ਾਂ ਨੇ ਉਹਦੇ ਵਿੱਚ ਅਮਰੀਕਾ ਨੂੰ ਕੈਨੇਡਾ ਫੋਲੋ ਕਰਦਾ ਆ। ਜਦੋਂ ਅਮਰੀਕਾ ਨੇ ਕੀਤਾ ਸੀ ਤੇ ਕੈਨੇਡਾ ਨੇ ਫੋਲੋ ਨਹੀਂ ਕੀਤਾ ਸੀ ਤੇ ਲੋਕ ਕਹਿੰਦੇ ਸੀ ਵੀ ਨਹੀਂ, ਇੱਦਾਂ ਨਹੀਂ ਆ, ਅਮਰੀਕਾ ਦੇ ਪਿੱਛੇ ਨਹੀਂ ਲੱਗਦਾ, ਤੇ ਇਹਨਾਂ ਨੇ ਨਹੀਂ ਕੀਤਾ। ਪਰ ਹੁਣ ਆਖਰਕਾਰ ਉਹ ਫੈਸਲਾ ਲੈ ਲਿਆ। ਯੂਨਾਈਟਿਡ ਸਟੇਟਸ, ਕੁਝ ਯੂਰਪੀਅਨ ਕੰਟਰੀਜ਼, ਇੰਡੀਆ, ਜਾਪਾਨ, ਇਹਨਾਂ ਸਾਰਿਆਂ ਨੇ ਮੈਂਡੇਟਰੀ ਕਰਤਾ ਕੋਵਿਡ-19 ਟੈਸਟਿੰਗ, ਜਿਹੜੇ ਉੱਧਰਲੇ ਪਾਸੇ ਚੀਨ ਵਾਲੇ ਪਾਸਿਓਂ ਇੱਧਰ ਆਉਂਦੇ ਆ। ਹੁਣ ਥਰਸਡੇ ਤੋਂ ਇਹ ਗੱਲ ਸ਼ੁਰੂ ਹੋਈ ਆ ਕਿ ਜਿਹੜਾ ਕੋਈ ਵੀ ਵਿਅਕਤੀ 2 ਸਾਲ ਜਾਂ ਉਸ ਤੋਂ ਬਾਅਦ ਉਮਰ ਆ, ਉਹ ਕੈਨੇਡਾ ਦੇ ਵਿੱਚ ਆਉਂਦਾ ਚੀਨ ਤੋਂ, ਹਾਂਗਕਾਂਗ ਤੋਂ ਅਤੇ ਮਕਾਓ ਤੋਂ, ਉਹਨਾਂ ਦੇ ਲਈ ਇਹ ਟੈਸਟ ਕਰਾਉਣਾ ਜ਼ਰੂਰੀ ਆ। ਅਤੇ ਜੇ ਉਹਦਾ ਨੈਗੇਟਿਵ ਟੈਸਟ ਆ ਫਿਰ ਹੀ ਉਹ ਇੱਥੇ ਆਊਗਾ। ਜਿਹੜੀ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਆ, PHAC, ਉਹਨਾਂ ਨੇ ਦੱਸਿਆ ਵੀ ਇਹ ਇੱਕ ਵਕਤੀ ਤੌਰ ਦੇ ਉੱਤੇ ਲਾਇਆ ਗਿਆ, ਟੈਂਪਰੇਰੀ ਲਾਇਆ ਗਿਆ, ਬਾਅਦ ਦੇ ਵਿੱਚ ਇਹਨੂੰ ਚੱਕ ਦਿੱਤਾ ਜਾਊਗਾ। ਹੁਣ ਰੌਲਾ ਰੱਪਾ ਇਹ 'ਤੇ ਬਹੁਤ ਪੈ ਰਿਹਾ। ਸਭ ਤੋਂ ਵੱਡਾ ਰੌਲਾ ਰੱਪਾ ਤਾਂ ਇਹ ਆ ਵੀ ਲੋਕ ਦੁਖੀ ਨੇ, ਕੁਛ ਦੁਖੀ ਨੇ, ਕੁਛ ਖੁਸ਼ ਨੇ। ਦੂਜੀ ਗੱਲ, ਚੀਨ ਸਭ ਤੋਂ ਵੱਧ ਦੁਖੀ ਆ। ਉਹ ਕਹਿੰਦੇ ਵੀ ਅਸੀਂ ਇਹਦੀ ਕਾਰਵਾਈ ਬਦਲਾ ਲਾਵਾਂਗੇ, ਵੀ ਤੁਸੀਂ ਸਾਡੇ ਨਾਲ ਜਾਣ-ਬੁੱਝ ਕੇ ਧੱਕਾ ਕਰ ਰਹੇ ਹੋ, ਵੀ ਸਾਡੇ ਉੱਤੇ ਜਿਹੜੀਆਂ ਪਾਬੰਦੀਆਂ ਸਾਡੇ ਆਉਣ ਵਾਲੇ ਲੋਕਾਂ ਦੇ ਉੱਤੇ ਜ਼ਿਆਦਾ ਲਾ ਰਹੇ ਹੋ। ਤੀਜਾ ਬਸ ਸਭ ਤੋਂ ਵੱਡਾ ਸਵਾਲ ਵਿਗਿਆਨੀ ਪੈਦਾ ਕਰ ਰਹੇ ਨੇ। ਸਾਇੰਟਿਸਟ ਇਹ ਕਹਿੰਦੇ ਵੀ ਇਹਦੇ ਨਾਲ ਕੁਝ ਹੋਊਗਾ, ਵੀ ਜੇ ਤੁਸੀਂ ਨੈਗੇਟਿਵ ਟੈਸਟ ਕਰ ਵੀ ਦਿੱਤਾ ਤਾਂ ਕੀ ਇਹਦੇ ਨਾਲ ਸਪਰੈਡ ਰੁਕ ਜੂਗਾ, ਜਾਂ ਕੀ ਹੁਣ ਇੱਦਾਂ ਨਹੀਂ ਲੱਗਦਾ ਵੀ ਇੰਨਾ ਸਪਰੈਡ ਹੋ ਚੁੱਕਾ, ਇਸ ਤੋਂ ਬਾਅਦ ਫਰਕ ਹੀ ਕੋਈ ਨਹੀਂ ਪੈਣਾ। ਜਿਹੜੇ ਸਪੈਸ਼ਲਿਸਟ ਨੇ ਇਹਦੇ ਇਨਫੈਕਸ਼ੀਅਸ ਡਿਜ਼ੀਜ਼ ਦੇ ਅਤੇ ਗਲੋਬਲ ਹੈਲਥ ਦੇ, ਉਹ ਇਸ ਵੇਲੇ ਦੱਸ ਰਹੇ ਕਿ ਇਸ ਵਾਇਰਸ ਨੂੰ ਕੈਨੇਡਾ ਤੋਂ ਆਉਣ ਦੇ ਲਈ ਵੀ ਇਹਦਾ ਅਸਲ ਦੇ ਵਿੱਚ ਫਾਇਦਾ ਕਿੰਨਾ ਹੈਗਾ। ਸਰਕਾਰ ਕਈ ਪਾਲਿਸੀਆਂ ਲੈ ਕੇ ਆਉਂਦੀ ਆ, ਜਿੱਦਾਂ ਉਹ IC ਐਪ ਆਪਣੀ ਸੀਗੀ, ਉਹ ਐਪ ਦੇ ਨਾਲ ਅਤੇ ਅਰਾਈਵ ਕੈਨ, ਅਤੇ ਬਾਅਦ ਦੇ ਵਿੱਚ ਉਹ ਕਿੰਨਾ ਕੁਛ ਉਸ ਐਪ ਦਾ ਵੀ ਬਾਅਦ 'ਚ ਆ ਗਿਆ ਵੀ ਇਹਦੇ ਨਾਲ ਫਾਇਦਾ ਕੋਈ ਹੁੰਦਾ ਹੀ ਨਹੀਂ ਸੀ ਜਾਂ ਘੱਟ ਹੁੰਦਾ ਸੀਗਾ। ਇਸੇ ਤਰ੍ਹਾਂ ਹੁਣ ਇਹਦੇ 'ਤੇ ਲੋਕਾਂ ਨੇ ਪਹਿਲਾਂ ਹੀ ਸਵਾਲ ਚੱਕਣੇ ਸ਼ੁਰੂ ਕਰ ਦਿੱਤੇ। ਅਸਲ ਦੇ ਵਿੱਚ ਸਰਕਾਰ ਦੋਵੇਂ ਪਾਸਿਆਂ 'ਤੇ ਫਸ ਜਾਂਦੀ ਹੈ। ਗਰੁੱਪ ਦੋਵੇਂ ਹੁੰਦੇ ਨੇ। ਕੁਛ ਗਰੁੱਪ ਤਾਂ ਕਹਿੰਦੇ ਵੀ ਪਾਬੰਦੀ ਸਖਤ ਕਰ ਦਿਓ, ਲਾ ਦਿਓ, ਵੀ ਤੁਸੀਂ ਇਹਨੂੰ ਪਾਬੰਦੀਆਂ ਲਾ ਕੇ ਤੇ ਸਾਰਾ ਕੁਝ ਠੀਕ ਠਾਕ ਕਰੋ, ਵਾਇਰਸ ਨਾ ਫੈਲੇ। ਦੂਜਾ ਗਰੁੱਪ ਇਹ ਹੁੰਦਾ ਜਿਹੜਾ ਕਹਿੰਦਾ ਤੁਸੀਂ ਇਕੋਨਮੀ ਸਲੋ ਕਰੀ ਜਾਂਦੇ ਪਾਬੰਦੀਆਂ ਲਾ ਕੇ, ਅਤੇ ਜੇ ਵਾਇਰਸ ਫੈਲ ਗਿਆ ਫਿਰ ਲੋਕ ਕਹਿੰਦੇ ਵੀ ਤੁਸੀਂ ਪਹਿਲਾਂ ਕਿਉਂ ਨਹੀਂ ਸੀ ਪਾਬੰਦੀਆਂ ਲਾਈਆਂ, ਅਤੇ ਜੇ ਠੀਕ ਠਾਕ ਰਿਹਾ ਫਿਰ ਲੋਕ ਉਲਟਾ ਵਿਰੋਧ ਕਰਦੇ ਵੀ ਆਹ ਤਾਂ ਤੁਸੀਂ ਵੈਸੇ ਹੀ ਲਾਤੇ, ਇਹਦਾ ਕੋਈ ਫਾਇਦਾ ਨਹੀਂ ਸੀ। ਬਿਲਕੁਲ ਉੱਦਾਂ ਦੀ ਗੱਲਬਾਤ ਇਸ ਵੇਲੇ ਚੱਲ ਰਹੀ ਹੈ। ਇਹ ਡਿਬੇਟ ਇਸ ਵੇਲੇ ਚੱਲ ਰਿਹਾ। ਔਰ ਜਿਹੜੇ ਸਾਇੰਟਿਸਟ ਨੇ ਉਹਨਾਂ ਦੇ ਵਿੱਚ ਵੀ ਇਹ ਦੋ ਧਿਰਾਂ ਨੇ ਕਿ ਜਿਹੜਾ ਅਸਲ ਦੇ ਵਿੱਚ ਇੱਕ ਵਿਅਕਤੀ ਨੇ ਇਹ ਕਿਹਾ ਵੀ ਇਹ ਉੱਦਾਂ ਦੀ ਗੱਲ ਆ ਵੀ ਜਿੱਦਾਂ ਤਬੇਲੇ ਦੇ ਵਿੱਚੋਂ ਘੋੜਾ ਨਿਕਲ ਰਿਹਾ ਹੋਵੇ ਤਾਂ ਮੁੜ ਕੇ ਤੁਸੀਂ ਉਹਦੇ ਗੇਟ ਲਾਈ ਜਾਓ, ਵੀ ਹੁਣ ਤਾਂ ਫਾਇਦਾ ਹੀ ਕੋਈ ਨਹੀਂ, ਹੁਣ ਤਾਂ ਜੋ ਹੋਣਾ ਸੀ ਹੋ ਚੁੱਕਿਆ। ਹੁਣ ਇਸ ਚੀਜ਼ ਦੇ ਨਾਲ ਜਿਹੜੇ ਇੱਕ ਯੂਨੀਵਰਸਿਟੀ ਆਫ ਟੋਰਾਂਟੋ ਦੇ ਕੁਛ ਐਕਸਪਰਟ ਨੇ, ਉਹ ਇਸ ਗੱਲ ਦੇ ਉੱਤੇ ਇਤਰਾਜ਼ ਕਰ ਰਹੇ ਆ ਕਿ ਟਰੈਵਲ ਰੈਸਟ੍ਰਿਕਸ਼ਨਸ ਲਾਉਣਾ ਅਸਲ ਦੇ ਵਿੱਚ ਇਹਨੂੰ ਓਨਾ ਜ਼ਿਆਦਾ ਇਫੈਕਟਿਵ ਨਹੀਂ ਆ ਬਿਮਾਰੀ ਦੇ ਫੈਲਣ ਦੇ ਵਿੱਚ। ਹੁਣ ਦੂਜੇ ਪਾਸੇ ਜਿਹੜਾ ਚੀਨ ਆ, ਉਹਦੇ ਵਿੱਚ ਕੀ ਰੌਲਾ ਸੀ? ਚੀਨ ਦਾ ਜ਼ੀਰੋ ਕੋਵਿਡ ਪਾਲਿਸੀ ਦਾ ਰੌਲਾ ਸੀ। ਕੁਛ ਹਫ਼ਤੇ ਪਹਿਲਾਂ ਉਹਨਾਂ ਨੇ ਇੱਕਦਮ ਹੀ ਉਹ ਪਾਲਿਸੀ ਜਿਹੜੀ ਆ ਉਹ ਸਕ੍ਰੈਪ ਕਰਤੀ, ਵੀ ਅਸੀਂ ਇਹਨੂੰ ਖਤਮ ਕਰ ਰਹੇ ਹਾਂ। ਮਤਲਬ ਅੱਜ ਤੱਕ ਉਹਨਾਂ ਨੇ, ਚੀਨ ਨੇ ਇੱਕ ਤਰੀਕੇ ਦੇ ਨਾਲ ਪੱਤਾ ਨਹੀਂ ਹਿੱਲਣ ਦਿੱਤਾ। ਆਪਣੀ ਮਰਜ਼ੀ ਤੋਂ ਬਿਨਾਂ ਜਿੱਥੇ ਉਹ ਚਾਹੁੰਦੇ ਸੀ ਬੰਦਾ ਕੋਵਿਡ ਵਾਲਾ ਉੱਥੇ ਰੱਖਦੇ ਸੀ, ਕਰੇਨਾਂ ਦੇ ਨਾਲ ਚੱਕ ਕੇ ਤੇ ਦੂਰ ਲੈ ਜਾਂਦੇ ਸੀ, ਔਰ ਨਾ ਉਹਨਾਂ ਨੇ ਆਪਣੀ ਕੋਈ ਸੀਕ੍ਰੇਸੀ ਬਾਹਰ ਆਉਣ ਦਿੱਤੀ ਵੀ ਸਾਡੇ ਹੈ ਕੀ।
ਲੋਕ ਗੁੱਸੇ 'ਚ ਆ ਗਏ, ਤੇ ਗੁੱਸੇ 'ਚ ਉੱਥੇ ਆ ਕੇ ਕਰ ਕੁਛ ਨਹੀਂ ਸਕਦੇ, ਕਿਉਂਕਿ ਉੱਥੇ ਡੈਮੋਕ੍ਰੇਸੀ ਨਹੀਂ ਆ, ਤਾਨਾਸ਼ਾਹ ਰਾਜ ਚੱਲਦਾ ਹੈ, ਤੇ ਜੋ ਰਾਜ ਚੱਲਦਾ ਹੈ, ਜੋ ਉਹਨਾਂ ਨੂੰ ਕਹਿੰਦੇ ਉਹੀ ਕਰਨਾ ਪੈਂਦਾ। ਪਰ ਲੋਕ ਜ਼ਿਆਦਾ ਅੱਕ ਗਏ ਤੇ ਲੋਕ ਸੜਕਾਂ ਦੇ ਉੱਤੇ ਆ ਗਏ, ਤੇ ਉਹਨਾਂ ਦੀ ਦੂਜੇ ਪਾਸੇ ਉਹਨਾਂ ਦਾ ਆਪਣਾ ਵੀ ਇਕੋਨਮੀ ਦੇ ਉੱਤੇ ਬਹੁਤ ਅਸਰ ਪੈ ਰਿਹਾ ਸੀ। ਇੰਨੀ ਸਖਤ ਪਾਬੰਦੀਆਂ ਲਾ ਕੇ ਉਹ ਇਕੋਨਮੀ ਨੂੰ ਚਲਾ ਨਹੀਂ ਸੀ ਸਕਦੇ, ਤੇ ਉਹਨਾਂ ਨੇ ਸਾਰਾ ਕੁਝ ਹੀ ਖੋਲ੍ਹ ਦਿੱਤਾ। ਕੁਛ ਹਫ਼ਤੇ ਪਹਿਲਾਂ ਵੀ ਜਿਹਨੇ ਜਿੱਥੇ ਜਾਣਾ ਜਾ ਸਕਦਾ, ਕਾਫੀ ਉਹਨਾਂ ਨੇ ਜਿਹੜੀ ਖੁੱਲ੍ਹ ਦੇ ਦਿੱਤੀ। ਦੂਜੀ ਬਦਕਿਸਮਤੀ ਉਹਨਾਂ ਦੀ ਇਹ ਸੀ ਵੀ ਵੈਕਸੀਨ ਉਹਨਾਂ ਨੇ ਚੀਨ ਦੀ ਆਪਣੀ ਬਣਾਈ, ਜਿਹੜੀ ਕਿ ਅਸਰ ਹੀ ਨਹੀਂ ਕੀਤਾ ਉਹਨੇ, ਤੇ ਉਹ 3-3 ਵਾਰੀ 4-4 ਵਾਰੀ ਲਾਉਣ ਤੋਂ ਬਾਅਦ ਵੀ ਉਹਦਾ ਕੋਈ ਅਸਰ ਨਹੀਂ ਹੋਇਆ। ਜਿਹੜੀ mRNA ਵੈਕਸੀਨ ਬਾਕੀ ਦੇਸ਼ਾਂ ਦੇ ਵਿੱਚ ਨੇ ਯੂਜ਼ ਕੀਤੀ ਸੀ, ਉਹਦੇ ਮੁਕਾਬਲੇ ਉਹਦਾ ਅਸਰ ਬਹੁਤ ਘੱਟ ਰਿਹਾ। ਇੱਥੋਂ ਤੱਕ ਕਿ ਜਿਹੜੇ ਦੇਸ਼ਾਂ ਨੇ ਚੀਨ ਦੀ ਵੈਕਸੀਨ ਮੰਗਾਈ ਸੀ, ਉਹ ਕਹਿੰਦੇ ਸੀ 2 ਵਾਰੀ ਲਾਓ ਵਾਇਰਸ ਨਹੀਂ ਆਊਗਾ, ਉਹਨਾਂ ਨੂੰ 4-4 ਵਾਰੀ ਲਾਉਣੀ ਪਈ। ਉਹਨਾਂ ਨੇ ਪਾਲਿਸੀ ਖੋਲ੍ਹ ਦਿੱਤੀਆਂ, ਵੈਕਸੀਨ ਨੇ ਅਸਰ ਨਹੀਂ ਕੀਤਾ, ਤੇ ਹੁਣ ਇਸ ਵੇਲੇ ਜਿਹੜੀ ਹਾਲਤ ਉੱਤੇ ਹੋ ਗਈ ਵੀ ਕੇਸ ਵਧਣ ਲੱਗ ਪਏ। ਹੁਣ ਜਿਹੜੀ ਕੇਸ ਜਦੋਂ ਵਧਣ ਲੱਗ ਪਏ ਆ, ਤੇ ਉਸ ਵੇਲੇ ਫਿਰ ਦੁਨੀਆ ਡਰ ਗਈ ਇਸ ਗੱਲ ਤੋਂ ਵੀ ਜਿਹੜੀ ਇੱਥੇ ਇਨਫੈਕਸ਼ਨ ਵਧੀ ਆ, ਇਹਦੇ ਨਾਲ ਕਿਤੇ ਸਾਡੇ ਉੱਤੇ ਵੱਡਾ ਕੋਈ ਅਸਰ ਨਾ ਪੈ ਜਾਵੇ। ਹੁਣ ਮਾਮਲਾ ਇਹ ਆ ਕਿ ਜਿਹੜਾ ਉੱਥੇ ਜੋ ਕੁਝ ਪਹਿਲਾਂ ਸੀਗਾ, ਜਿਹੜਾ ਕੋਵਿਡ ਦੇ ਵੇਰੀਐਂਟ ਜਾਂ ਜੋ ਕੁਛ ਹੈਗਾ, ਇੱਥੇ ਸਾਡੇ ਤੇ ਪਹਿਲਾਂ ਹੀ ਵੈਕਸੀਨ ਲੱਗ ਚੁੱਕੀ ਆ ਉਹਨਾਂ ਦੇ ਖਿਲਾਫ। ਉਹਨਾਂ ਦੇ ਉਲਟ ਜਿਹੜੀ ਆ ਵੈਕਸੀਨ ਆਪਣੇ ਲੱਗੀ ਆ, ਹੁਣ ਤੇ ਇੱਥੇ ਉਹ ਕੁਛ ਕਰ ਹੀ ਨਹੀਂ ਸਕਦਾ। ਪਰ ਖਤਰਾ ਇਹ ਆ ਉਹਨਾਂ ਦਾ, ਜਿਸ ਕਰਕੇ ਇਹ ਕੋਵਿਡ ਟੈਸਟ ਕਰ ਰਹੇ ਆ, ਵੀ ਉਹਨਾਂ ਦੀ ਟਰਾਂਸਪੇਰੈਂਸੀ ਨਹੀਂ ਹੈ। ਚੀਨ ਦਾ ਯਕੀਨ ਕੋਈ ਨਹੀਂ ਵੀ ਉਹ ਕੀ ਕਹਿ ਰਹੇ ਆ, ਤੇ ਜੇ ਟਰਾਂਸਪੇਰੈਂਸੀ ਨਹੀਂ ਆ ਉਹਨਾਂ ਦਾ, ਦੁਨੀਆ ਨੂੰ ਪਤਾ ਹੀ ਨਹੀਂ ਵੀ ਜੇ ਉੱਥੇ ਨਵਾਂ ਵੇਰੀਐਂਟ ਆ ਗਿਆ, ਜੇ ਕਿਸੇ ਵੀ ਦੇਸ਼ ਦੇ ਵਿੱਚ ਕੋਈ ਨਵੀਂ ਕਿਸਮ ਵਾਇਰਸ ਦੀ ਆ ਜਾਵੇ, ਉਹ ਦੱਸ ਦਿੰਦੇ ਦੁਨੀਆ ਨੂੰ ਵੀ ਆਹ ਚੀਜ਼ ਇੱਦਾਂ ਹੋਊ। ਚੀਨ ਦੇ ਉੱਤੇ ਯਕੀਨ ਨਹੀਂ ਕਿਸੇ ਨੂੰ, ਤੇ ਉਹ ਨਵੇਂ ਵੇਰੀਐਂਟ ਦੇ ਡਰ ਤੋਂ ਇਹਨਾਂ ਨੇ ਪਾਲਿਸੀ ਲਾਗੂ ਕਰਤੀ ਆ ਵੀ ਕੋਵਿਡ ਟੈਸਟ ਜਿਹੜਾ ਆ, ਇਹਨੂੰ ਨੈਗੇਟਿਵ ਟੈਸਟ ਆ ਲਾਜ਼ਮੀ ਕਰ ਦਿਓ, ਤਾਂ ਕਿ ਕੈਨੇਡਾ ਦਾ ਘੱਟੋ ਘੱਟ ਇਸ ਚੀਜ਼ ਤੋਂ ਬਚਾਅ ਰਵੇ। ਹੁਣ ਇਹਦੇ ਉਲਟ ਜਿਹੜਾ ਚੀਨ ਆ ਉਹ ਗੁੱਸੇ 'ਚ ਆ। ਜਿਹੜਾ ਚੀਨ ਦਾ ਵਿਦੇਸ਼ ਮੰਤਰਾਲਾ ਆ, ਉਹ ਕਹਿੰਦੇ ਵੀ ਇਹ ਬਿਲਕੁਲ ਗੈਰ ਵਾਜਬ ਰੋਕਾਂ ਲਾਈਆਂ ਗਈਆਂ, ਇਹਦੇ ਉੱਤੇ ਕੋਈ ਆਧਾਰ ਨਹੀਂ ਹੈ, ਵੀ ਇਹਦਾ ਸਾਇੰਟੀਫਿਕ ਬੇਸ ਹੀ ਕੋਈ ਨਹੀਂ। ਜਿਹੜਾ ਇਹ ਮਤਲਬ ਐਡਾ ਵੱਡਾ ਤੁਸੀਂ ਫੈਸਲਾ ਸਾਡੇ ਉੱਤੇ ਮਾਓ ਨਿੰਗ ਨੇ ਉੱਥੋਂ ਦੇ ਜਿਹੜੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ, ਜਿਹੜੇ ਦੁਨੀਆ ਨਾਲ ਗੱਲਬਾਤ ਦੱਸਦੇ ਆ, ਉਹ ਕਹਿੰਦੇ ਅਸੀਂ ਦੁਨੀਆ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ, ਅਸੀਂ ਦੁਨੀਆ ਦੇ ਨਾਲ ਸੰਚਾਰ ਵਧਾਉਣਾ ਚਾਹੁੰਦੇ ਹਾਂ, ਅਸੀਂ ਦੁਨੀਆ ਦੇ ਵਿੱਚ ਆਉਣਾ ਜਾਣਾ ਚਾਹੁੰਦੇ ਹਾਂ, ਅਸੀਂ ਸਾਰਾ ਕੁਝ ਦੱਸਣਾ ਚਾਹੁੰਦੇ ਹਾਂ। ਪਰ ਉਹ ਸਾਡੇ ਉੱਤੇ ਉਹ ਕਹਿੰਦੇ ਕੋਈ ਅਸਰ ਹੀ ਨਹੀਂ ਹੋ ਰਿਹਾ, ਵੀ ਸਾਡੀ ਗੱਲਬਾਤ ਦਾ ਉਲਟਾ ਸਾਡੇ ਉੱਤੇ ਪਾਬੰਦੀਆਂ ਲਾਈਆਂ ਜਾ ਰਹੀਆਂ, ਵੀ ਸਿਰਫ ਤੇ ਸਿਰਫ ਆਪਣੇ ਜਿਹੜੇ ਰਾਜਨੀਤਿਕ ਉਦੇਸ਼ ਨੇ, ਪੋਲੀਟੀਕਲ ਮੋਟਿਵਸ ਲਈ ਸਾਡੇ ਉੱਤੇ ਇਹ ਲਾ ਰਿਹਾ, ਤੇ ਅਸੀਂ ਕਹਿੰਦੇ ਇਹਦਾ ਸਖਤ ਵਿਰੋਧ ਕਰਦੇ ਹਾਂ। ਤੇ ਇਹ ਵੀ ਉਹਨਾਂ ਨੇ ਨਾਲ ਜਿਹੜੀ ਗੱਲਬਾਤ ਕਹੀ ਹੈ ਵੀ ਅਸੀਂ ਜਵਾਬੀ ਕਾਰਵਾਈ ਕਰਾਂਗੇ। ਹੁਣ ਜੇ ਚੀਨ ਜਵਾਬੀ ਤੁਹਾਨੂੰ ਪਤਾ ਕਿ ਕੈਨੇਡਾ ਤੇ ਚੀਨ ਦੇ ਨਾਲ ਪਹਿਲਾਂ ਹੀ ਸੰਬੰਧ ਚੰਗੇ ਨਹੀਂ ਹੈ। ਜਿਹੜੀ ਹਵਾਈ ਕੰਪਨੀ ਦੇ ਅਧਿਕਾਰੀ ਨੂੰ ਇੱਥੇ ਵੈਨਕੂਵਰ ਦੇ ਏਅਰਪੋਰਟ 'ਤੇ ਉਹਦੇ ਫੜਨ ਤੋਂ ਲੈ ਕੇ ਜਿਹੜੇ 2 ਮਾਈਕਲ ਉੱਥੇ ਗ੍ਰਿਫਤਾਰ ਕੀਤੇ ਸੀ, ਜਿਹੜਾ ਚੀਨ ਦੇ ਵਿੱਚ ਕਈ ਸਾਲਾਂ ਦੇ ਬਾਅਦ ਉਹਦਾ ਫੈਸਲਾ ਨਿਬੜਿਆ ਸੀ ਜਾ ਕੇ। ਹੁਣ ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਫਰਾਂਸ, ਦੂਜੇ ਦੇਸ਼ਾਂ ਨੇ ਵੀ ਚੀਨ ਦੇ ਉੱਤੇ ਲਾਇਆ, ਤੇ ਚੀਨ ਕਹਿੰਦਾ ਵੀ ਅਸੀਂ ਇਹਦਾ ਜਿਹੜਾ ਜਵਾਬ ਆ ਉਹ ਸਾਰਾ ਦੇਵਾਂਗੇ। ਚੀਨ ਦੀ ਜ਼ੀਰੋ ਕੋਵਿਡ ਪਾਲਿਸੀ ਤੋਂ ਬਾਅਦ ਇਸ ਵੇਲੇ ਜਿੰਨੇ ਉੱਥੇ ਮਤਲਬ ਵਾਧਾ ਹੋਇਆ, ਔਰ ਇਸ ਵੇਲੇ ਕਿਹਾ ਜਾ ਰਿਹਾ ਕਿ 10 ਲੱਖ ਇਸ ਸਾਲ ਦੇ ਵਿੱਚ ਲੋਕਾਂ ਦੀ ਮੌਤ ਦੀ ਭਵਿੱਖਬਾਣੀ ਕੀਤੀ ਗਈ ਹੈ ਚੀਨ ਦੇ ਵਿੱਚ। ਤੇ ਜੇ ਇੰਨਾ ਵਾਇਰਸ ਉੱਥੇ ਫੈਲ ਜਾਣਾ, ਤਾਂ ਫਿਰ ਦੁਨੀਆ ਨੂੰ ਕੀ, ਦੁਨੀਆ ਇਸ ਗੱਲ ਤੋਂ ਵੀ ਡਰੀ ਹੈ ਵੀ ਜੋ ਕੁਛ ਪਿਛਲੀ ਵਾਰੀ ਹੋਇਆ ਸੀ ਉਹ ਵੀ ਸਾਰਾ ਕੁਛ ਚੀਨ ਤੋਂ ਹੀ ਸ਼ੁਰੂ ਹੋਇਆ ਸੀ, ਤੇ ਹਜੇ ਤੱਕ ਦੁਨੀਆ ਉਹ ਸਾਰੇ ਦਾ ਖਾਮਿਆਜ਼ਾ ਭੁਗਤ ਰਹੀ ਹੈ। ਦੁਨੀਆ ਨੂੰ ਚੀਨ ਦੀ ਨੀਤ ਤੇ ਯਕੀਨ ਨਹੀਂ ਹੈ, ਤੇ ਚੀਨ ਇਹ ਕਹਿ ਰਿਹਾ ਕਿ ਸਾਡੇ ਨਾਲ ਧੱਕਾ ਹੋ ਰਿਹਾ। ਖਾਸ ਕਰਕੇ ਉਹਦਾ ਇਸ਼ਾਰਾ ਅਮਰੀਕਾ ਵੱਲ ਆ, ਕਿ ਕਿਉਂਕਿ ਦੁਨੀਆ ਦੀ ਵੱਡੀ ਤਾਕਤ ਇਸ ਵੇਲੇ ਅਮਰੀਕਾ ਆ, ਤੇ ਦੂਜਾ ਚੀਨ ਆ, ਤੇ ਚੀਨ ਨੂੰ ਅਮਰੀਕਾ ਦੇਖ ਕੇ ਰਾਜ਼ੀ ਨਹੀਂ। ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਇਸ ਵੇਲੇ ਰੌਲਾ ਕੌਲਾ ਇਹ ਜ਼ਿਆਦਾ ਪੈ ਰਿਹਾ। ਹੁਣ ਇੱਕ ਮਾਮਲਾ ਹੋਰ ਇਹ ਦੱਸਿਆ ਜਾ ਰਿਹਾ ਕਿ ਜਿਹੜਾ ਕੋਵਿਡ-19 ਟੈਸਟ ਦੀ ਸ਼ਰਤ ਆ, ਇਹਦੇ ਨਾਲ ਇੱਕ ਤਰੀਕਾ ਇਹ ਆ, ਜਿਹੜੇ ਮਾਹਰ ਦੱਸ ਰਹੇ ਆ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦੇ, ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਵੇਸਟ ਵਾਟਰ ਪਾਇਲਟ ਪ੍ਰੋਜੈਕਟ ਆ, ਉਹਦੇ ਤਹਿਤ ਕੰਮ ਕੀਤਾ ਜਾਊਗਾ। ਜਿਹੜਾ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਆ ਇੱਥੇ, ਉਹ ਕੰਮ ਕਰ ਰਿਹਾ ਇਸ ਵੇਲੇ ਜਿਹੜੀ PHAC ਦੇ ਨਾਲ ਤੇ BC ਸੈਂਟਰ ਫॉर ਡਿਜ਼ੀਜ਼ ਕੰਟਰੋਲ ਦੇ ਨਾਲ, ਵੇਸਟ ਵਾਟਰ ਟੈਸਟਿੰਗ ਦੇ ਨਾਲ। ਏਮ ਉਹਨਾਂ ਦਾ ਕੀ ਆ ਕਿ ਕਰੋਨਾ ਵਾਇਰਸ ਦੇ ਵੇਰੀਐਂਟ ਨੂੰ ਟਰੈਕ ਕਰ ਲਓ। ਇੱਕ ਤਰੀਕਾ ਕੀ ਆ ਕਿ ਜਿਹੜਾ ਆਪਣੇ ਟਾਇਲਟਸ ਦਾ ਪਾਣੀ ਆ ਜਾਂ ਵਾਸ਼ਰੂਮ ਦਾ ਪਾਣੀ ਆ, ਜਿਹੜਾ ਵੇਸਟ ਵਾਟਰ ਜਿੰਨਾ ਬਾਹਰ ਨਿਕਲ ਜਾਂਦਾ, ਉਹਨੂੰ ਬਾਹਰ ਜਾ ਕੇ ਫਿਰ ਜਿਹੜੇ ਸਾਇੰਟਿਸਟ ਨੇ ਉਹਦਾ ਟੈਸਟ ਕਰਦੇ ਆ ਵੀ ਇਹਦੇ 'ਚ ਕਰੋਨਾ ਕਿੰਨਾ ਕੁ ਆ, ਤੇ ਜੇ ਉਹਦੇ ਵਿੱਚ ਕੋਵਿਡ ਹੋਵੇ ਤਾਂ ਫਿਰ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਜੇ ਹੁਣ ਵੇਸਟ ਵਾਟਰ ਦੇ ਵਿੱਚ ਆ ਰਿਹਾ, ਇਹਦਾ ਮਤਲਬ ਆ ਆਉਣ ਵਾਲੇ ਥੋੜ੍ਹੇ ਦਿਨਾਂ ਦੇ ਵਿੱਚ ਕਮਿਊਨਿਟੀ ਦੇ ਵਿੱਚ ਫੈਲ ਜਾਣਾ। ਜਦੋਂ ਆਪਣੀ ਕਮਿਊਨਿਟੀ ਦੇ ਵਿੱਚ ਕੇਸ ਆਉਣੇ ਸ਼ੁਰੂ ਹੁੰਦੇ, ਜਿੱਦਾਂ ਪਹਿਲਾਂ ਆਪਾਂ ਦੇਖਿਆ ਸੀ ਕਿ ਇੱਥੇ ਕੇਸ ਰੋਜ਼ ਕਾਊਂਟ ਹੁੰਦੇ ਸੀ, ਤੇ ਫਿਰ ਆਪਾਂ ਨੂੰ ਦੱਸਿਆ ਜਾਂਦਾ ਸੀ ਵੀ ਅੱਜ ਇੰਨੇ ਕੇਸ ਆ ਗਏ, ਅੱਜ ਇੰਨੇ ਕੇਸ ਆ ਗਏ। ਉਹਦੇ ਤੋਂ ਪਹਿਲਾਂ ਜਿਹੜੇ ਸਾਇੰਟਿਸਟ ਨੇ ਇਹ ਵੇਸਟ ਵਾਟਰ ਨੂੰ ਟੈਸਟ ਕਰਦੇ ਸੀ
कि जिथे सारा गंदा पानी जाता उन्होंने टैसट कर लो, उन्होंने टैसट करन तो बाद जे उहदे विच कोविड आ गया फिर यदा मतलब आ कि थोड़े दिनों तो बाद कम्यूनिटी दे विच आउण लग जाना, क्योंकि पहला कहिंदे ये वेस्ट वाटर दे विच आ जांदा है। सो हुण एक इहदी सैंपलिंग की जा रही है वेस्ट वाटर की, तो उन्होंने टैसट किया जा रहा भी किसी ना किसी तरह जे मतलब सारे जिहड़ा ये कीते जा रहे आ कि, और दूजी गल आ कि जिहड़ा सैंपल और डायरैक्ट उन्होंने तो जहाज़ों तो लिया जा रहा, जिहड़ा वेस्ट आ कुछ एयरक्राफ्ट इत्थे पहुँचते आ खासकर स्पैसिफिक डैसटीनेशनस तो उन्हों दे कहिंदे भी असीं जिहड़ा वेस्ट वाटर उहदे विच जो कुछ हैगा उहदे चों भी असीं किसी ना किसी तरह सैंपल लैके उहदे भी जिहड़े टैसट करांगे तां कि सानूं पता लग सके कि एक ये भी तरीका आ कि इहदी इस फ्लाइट दे विचों किन्ने आ रहे। हुण कोविड दा डर नहीं है साइंटिस्टां नूं, जिहड़ी कोविड दी 90 म्यूटेशनस हो चुकियां, मतलब इहदियां 19 किस्मां बन गईयां गा, खतरा उहदा आ भी वो वायरस अपना रूप बदली जाता है, चाहे वैक्सीन है चाहे हार्ड इम्यूनिटी बन गई जो मर्जी हो गया, वायरस अपना रूप बदल रहा, उन्हें किहड़ा रूप बदल के कित्थे आके ते मुड़ के फिर दुनिया नूं विपता पा जानी, ये गल तो विग्यानी डरे पे है। तो इसे करके बहुत मतलब नाजुक जिहा फैसला लै रहे हैं, जे तो ज़्यादा वो लाउंदे आ इहनूं जिहड़ा ਉਹਨੂੰ फिर भी ਉਹਦੇ ਨਾਲ पाबंदियां लगदियां ਆ, ਤੇ ਜੇ ਉਹਨੂੰ ਢਿੱਲਾ ਛੱਡਦੇ ਆ तो ਉਹਦੇ ਨਾਲ फिर भी ये संकट आ ਜਾਂਦਾ कि ਜਿਹੜਾ बहुत ज़्यादा ਤੁਸੀਂ ਇਹਨੂੰ ਜਿਹੜਾ ज़्यादा ਜਿਹੜੀ ਆ ਉਹ ਬਿਮਾਰੀ ਆ ਉਹ फैल जाऊगी। सो सरकार हर एक लैवल ਦੇ ਉੱਤੇ ਕੰਮ कर रही है कि ਭਾਵੇਂ ਜਿਹੜਾ ਉਹ वेस्ट वाटर टैसट आ ਉਹਦੇ ਵੱਲੋਂ, चाहे कोविड-19 ਦਾ ਦੂਜਾ ਟੈਸਟ ਆ ਉਹਦੇ ਵੱਲੋਂ, ਇਹ ਸਾਰੇ ਕੁਛ ਦੇ ਨਾਲ ਜਿਹੜਾ कर करा के किसी ना किसी तरह ये सरकार यतन कर रही है कि उन्होंने कुछ ना कुछ पता लग जे कि इहनूं किद्दां रोकिया जा सकदा। पर इहदे नाल नाल दूजे देशों के नाल संबंध बहुत जरूरी ने। चीन का अज ये कहना कि जेकर तुसीं जिहड़ा साडे इहदे उत्ते पाबंदियां लाइयां आ तां असीं इहदे उत्ते जवाबी कार्रवाई करांगे, तां इह एक वड्डी चीज़ जिहड़ी हैगी है, जिहड़ी चिंता वाली गल भी है कि अगे चीन ते कैनेडा के संबंध बहुत औखियां थोड़े जे ठीक ठाक होए आ। जे कोई चीन इहदे तो बाद कैनेडा दे नाल संबंधित उल्टा फैसला लै लैंदा, वपार बहुत वड्डा दोहां देशां दे विचकार आ, उहदे उत्ते इहदा कोई असर ना पवे ते उल्टा इत्थे कैनेडा की इकॉनमी दे उत्ते इहदा असर ना पवे, इस गलबात नूं लैके जिहड़े पोलिटिकल माहर ने, जिहड़े साइंटिस्ट ने, वो भी इस गल नूं लैके काफ़ी ज़्यादा चिंतित दसे जा रहे। अज एक होर खबर बहुत चर्चा दे विच रही है, वो खबर यह है कि आम बंदे की तनख्वाह दे विच ते जिहड़े एक बहुत उच्चे अहुदियां ते उत्ते काम करने वाले लोग ने, उन्हां दीयां तनख्वाहां दे विच किन्ना कुछ फर्क हुंदा। ये फर्क हमेशा ही रहिंदा है, इहदे च कोई दो रावां नहीं कि जिहड़ा किसी कंपनी का CEO आ उहदी तनख्वाह बहुत ज़्यादा होगी, तो जिहड़ा आम एक वर्कर आ जां जिहड़ा मिनीमम वेजिस दे उत्ते काम करने वाला जां सधारण काम करने वाला कोई स्किल्ड वर्क नहीं है, उहदी तनख्वाह घट होगी। बाकी डॉक्टर इंजीनियर उन्होंने अहुदे के अनुसार तनख्वाह होंदी है। बिजनेस वालों नहीं ये मन्निया जा रहा, जिहड़ियां सैलरीज ने उन्होंने किसी ना किसी तरह कंपेयर किया जा रहा। जिहड़ी वो अंकड़े हुण ये आए आ कि असल दे विच जिहड़ा एक किसी भी कैनेडा की हाईएस्ट जिहड़ियां 100 कंपनियां ला लो कैनेडा दे विच सब तो चंगियां, उहदा CEO आ सवेर वेले जदों तुसीं हजे ब्रेकफास्ट नहीं कीता हुंदा, मतलब सवेरे सवेरे पौने 10 बजे के करीब वो दसदे आ कि वो उन्ने क पैसे कमा लेंदे आ जिन्ने क एक आम व्यक्ति ने सारे सैल च कमाने हुंदे आ। $58,800 कनेडा दीयां टॉप दीयां कंपनियां च करन वाला CEO एक दिन दे विच सवेरे सवेरे कमा लैंदा आ जिन्नी क किसी आम वर्कर की सारे साल की तनख्वाह हुंदी है। अज रिपोर्ट आई है कनेडियन सेंटर फॉर पॉलिसी अल्टरनेटिव्स CCPA कहिंदे आ इहनूं, ऑटवा बेस्ड एक थिंक टैंक आ। उन्होंने जी सोशल इकनॉमिक तो जोड़े एनवायरमेंटल इशूज़ ने उन्होंने उत्ते फोकस किया है। 100 जी उन्होंने बेस्ट पेड चीफ एग्जीक्यूटिव ऑफिसर्स लाए हैं कैनेडा के विच, ते उन्होंने ये दस्या भी ये बहुत ज़्यादा पैसा कमा रहे हैं। मामला की है जी डिवेलपिंग किसी देश के विच तरक्की नूं देखण दा एक तरीका यह भी हुंदा कि उत्थे जिहड़ा गैप किन्ना का, जिहड़े हाईली पेड ने तो सब तो घट पेड ने, उन्हां दे विचकार जिहड़ा फर्क आ कैनेडा वाले मुल्क दे विच फर्क ज़्यादा नहीं हुंदा, वो मतलब हुंदा है पर उन्ना ज़्यादा नहीं हुंदा। ये कहिंदे जिहड़ा CEO किसी कैनेडा दीयां 100 कंपनियां उन्हां दा टॉप दा CEO आ, उन्हां दी तनख्वाह एक आम वर्कर नालों 243 गुणा ज़्यादा दसी जा रही है, जिहड़ी कि अपने आप दे विच एक बहुत ज़्यादा है। महंगाई का असर हुण सारिਆਂ ते ही पै रहा, महंगाई का असर, पर महंगाई का असर जिहड़ा
ਮਤਲਬ ਮਹੀਨੇ ਦੇ ਵਿੱਚ ਮਿਲੀਅਨ ਡਾਲਰ ਜਾਂ $1.5 ਮਿਲੀਅਨ ਇਹ ਕਮਾ ਰਹੇ ਨੇ। CEO ਇੱਕ ਮਹੀਨੇ ਦੀ ਤਨਖਾਹ ਇਹਨਾਂ ਦੀ 15-15 ਲੱਖ ਡਾਲਰ ਆ, ਤੇ ਉਹਦੇ ਉੱਤੇ ਮਹਿੰਗਾਈ ਦਾ ਅਸਰ ਫਿਰ ਵੱਖਰੀ ਤਰ੍ਹਾਂ ਨਾਲ ਪੈ ਰਿਹਾ, ਤੇ ਜਿਹੜਾ ਆਮ ਵਰਕਰ ਆ ਉਹਦੇ ਉੱਤੇ ਇਸ ਤਨਖਾਹ ਦਾ ਅਸਰ, ਇਸ ਮਹਿੰਗਾਈ ਦਾ ਅਸਰ ਵੱਖਰੀ ਤਰ੍ਹਾਂ ਨਾਲ ਪੈ ਰਿਹਾ। ਹੁਣ ਦੂਜੇ ਪਾਸੇ ਜਦੋਂ ਦੇਸ਼ ਪੂਰਾ ਦੇਖਦੇ ਅਸੀਂ ਕਿ ਕੰਟਰੀ ਦੇ ਵਿੱਚ ਕੀ ਹੋ ਰਿਹਾ, ਉਹ ਦੱਸਦੇ ਆ ਕਿ ਇਨਫਲੇਸ਼ਨ, ਮਹਿੰਗਾਈ ਆ, ਤੇ ਦੂਜੇ ਪਾਸੇ ਜਦੋਂ ਅਸੀਂ ਇਕਨੋਮਿਕ ਗਰੋਥ ਦੇਖਦੇ ਹਾਂ ਕਿ ਦੇਸ਼ ਆਰਥਿਕ ਤੌਰ ਦੇ ਉੱਤੇ ਤਰੱਕੀ ਕਰ ਰਿਹਾ। ਮਾਹਰ ਇਹ ਕਹਿੰਦੇ ਆ ਵੀ ਆਰਥਿਕ ਤੌਰ ਤੇ ਤਰੱਕੀ ਕੌਣ ਕਰ ਰਿਹਾ, ਉਹ ਪਹਿਲਾਂ 100 ਬੰਦਾ ਕਰ ਰਿਹਾ ਜਾਂ ਸਾਰੇ ਕਰ ਰਹੇ ਆ। ਇਹ ਜਿਹੜਾ ਫਰਕ ਆ ਘਟਣਾ ਚਾਹੀਦਾ। ਹਾਲਾਂਕਿ ਇਹ ਜਿਹੜਾ ਵਿਸ਼ਾ ਆ ਜਾਂ ਇਹ ਜਿਹੜੀ ਗੱਲਬਾਤ ਆ ਆਮ ਤੌਰ 'ਤੇ ਉੱਤੇ ਜਿਹੜੀਆਂ ਸੋਸ਼ਲਿਸਟਿਕ ਅਪਰੋਚ ਹੁੰਦੀ ਆ, ਉਹ ਇੱਦਾਂ ਸੋਚਦੇ ਆ ਕਿ ਸਾਰੇ ਬਰਾਬਰ ਚਾਹੀਦੇ ਜਾਂ ਫਰਕ ਬਹੁਤ ਘੱਟ ਚਾਹੀਦਾ। ਜੇ ਸਿਸਟਮ ਦੇ ਵਿੱਚ ਅਸੀਂ ਰਹਿ ਰਹੇ ਹਾਂ ਜਾਂ ਉਹਦੇ ਵਿੱਚ ਇਸ ਤਰ੍ਹਾਂ ਨਹੀਂ ਸੋਚਿਆ ਜਾਂਦਾ। ਪਰ ਹੁਣ ਕੁਝ ਲੋਕ ਇਹ ਸਵਾਲ ਜ਼ਰੂਰ ਕਰ ਰਹੇ ਆ ਕਿ ਜਿਹੜੇ ਪੂਰੇ ਕੈਨੇਡਾ ਦੇ ਵਿੱਚ ਲੋਕ ਨੇ ਉਹ ਅਸਲ ਦੇ ਵਿੱਚ ਇਹ ਤੋਂ ਬੈਨੀਫਿਟ ਲੈ ਰਹੇ ਆ, ਜਾਂ ਕੁਝ ਲੋਕ ਨੇ ਜਿਨ੍ਹਾਂ ਨੂੰ ਵੱਡੇ ਪੇ ਪੈਕੇਜ ਮਿਲ ਰਹੇ ਆ ਤੇ ਉਹ ਇਹਦੇ ਉੱਤੋਂ ਲੈ ਰਹੇ ਆ। ਹੁਣ ਕਿਹਾ ਜਾ ਰਿਹਾ ਕਿ ਇਹ ਇਸ਼ੂ ਥੋੜ੍ਹਾ ਜਿਹਾ ਗੰਭੀਰ ਆ, ਕਿ ਇੱਦਾਂ ਨਹੀਂ ਦੇਖਣਾ ਚਾਹੀਦਾ, ਕਿਉਂਕਿ ਫਰਕ ਤਾਂ ਰਹਿਣਾ ਹੀ ਆ। ਜਿੱਦਾਂ ਪਹਿਲਾਂ ਜ਼ਿਕਰ ਕੀਤਾ, ਜਿਹੜਾ CEO ਤੇ ਇੱਕ ਆਮ ਵਰਕਰ ਆ ਉਹਦੀ ਤਨਖਾਹ ਦੇ ਵਿੱਚ ਫਰਕ ਤਾਂ ਰਹਿਣਾ ਹੀ ਆ। ਪਰ ਇੱਕ ਜਿਹੜਾ ਮਤਲਬ ਜਿਹੜਾ ਐਗਜ਼ੀਕਿਊਟਿਵਸ ਨੇ ਇਹਨਾਂ ਕੈਨੇਡਾ ਦੀਆਂ ਕੰਪਨੀਆਂ ਦੇ ਵਿੱਚ 14 ਮਿਲੀਅਨ 2021 ਦੇ ਵਿੱਚ ਉਹਨਾਂ ਦੀ ਸਾਲ ਦੀ ਤਨਖਾਹ ਸੀ। CCPA ਦੀ ਰਿਪੋਰਟ ਆ, $14 ਮਿਲੀਅਨ। ਤੇ ਇਹ ਜਿਹੜਾ ਦੂਜੇ ਪਾਸੇ ਜਿਹੜਾ ਐਵਰੇਜ ਪ੍ਰਾਈਵੇਟ ਸੈਕਟਰ ਦੇ ਵਿੱਚ ਕੰਮ ਕਰਨ ਵਾਲਾ ਬੰਦਾ ਆ, ਉਹ $58,000 ਦੱਸਦੇ ਆ ਕੋਈ ਨੇ 2021 ਦੇ ਵਿੱਚ ਕਮਾਇਆ। ਜਿਹੜੀ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਆ, ਜੇਕਰ ਉਹਨੂੰ ਦੇਖਦੇ ਆ ਤਾਂ ਪਤਾ ਲੱਗਦਾ। ਤੇ ਉਹ ਤੋਂ ਪਹਿਲਾਂ ਇਹ $57,000 ਸੀਗਾ। ਹੁਣ ਉਹ ਕਹਿੰਦੇ ਮਸਲਾ ਇਹ ਨਹੀਂ ਵੀ CEO ਨੂੰ ਜ਼ਿਆਦਾ ਮਿਲਦੇ ਆ ਤੇ ਐਵਰੇਜ ਵਰਕਰ ਨੂੰ ਘੱਟ ਮਿਲਦੇ ਆ, ਪਰ ਜਿਹੜਾ ਕਿਤੇ ਨਾ ਕਿਤੇ ਇਹ ਗੈਪ ਆ, ਇਹ ਗਰੋ ਹੋ ਰਿਹਾ, ਇਹ ਵੱਧ ਰਿਹਾ, ਫਰਕ ਬਹੁਤ ਜ਼ਿਆਦਾ ਪੈ ਰਿਹਾ। ਜਿਹੜਾ ਇਨਫਲੇਸ਼ਨ ਰੇਟ ਆ ਉਹ ਵੀ ਤੁਹਾਨੂੰ ਪਤਾ ਕਿ ਜਿਸ ਤਰੀਕੇ ਦੇ ਨਾਲ ਇਸ ਵੇਲੇ ਪੈਂਡੈਮਿਕ ਦੇ ਵਿੱਚ ਚੱਲ ਰਿਹਾ, ਇਕੋਨਮੀ ਨੇ ਹੌਲੀ ਹੌਲੀ ਰਿਕਵਰ ਕਰਨਾ ਸ਼ੁਰੂ ਕੀਤਾ। ਪਰ ਕ੍ਰਿਟਿਕਸ ਇਸ ਗੱਲ ਦੇ ਉੱਤੇ ਲਾ ਰਹੇ ਆ ਕਿ ਜਿਹੜੀ ਵਧੀ ਮਹਿੰਗਾਈ ਆ, ਉਹ ਹੁਣ ਜਿਹੜੇ ਟੌਪ CEO ਨੇ, ਜਿਹੜੇ ਟੌਪ ਦੇ ਬੰਦੇ ਰੱਖੇ ਹੋ ਨੇ, ਉਹ ਕਰਦੇ ਕੀ ਆ ਅਸਲ ਦੇ ਵਿੱਚ? ਉਹਨਾਂ ਨੇ ਤਾਂ ਇਹੀ ਸਕੀਮ ਲਾਉਣੀ ਆ ਨਾ ਵੀ ਕੰਪਨੀ ਦੇ ਲਈ ਫਾਇਦਾ ਕਿੱਦਾਂ ਕੀਤਾ ਜਾਵੇ, ਕੰਪਨੀ ਨੂੰ ਮੁਨਾਫਾ ਕਿੱਦਾਂ ਕੀਤਾ ਜਾਵੇ। ਤੇ ਉਹ ਕਹਿੰਦੇ ਜਿਹੜੀ ਇਸ ਵੇਲੇ ਮਹਿੰਗਾਈ ਆ ਉਹ ਇਹਨਾਂ ਲਈ ਬਹਾਨਾ ਬਣੀ ਆ। ਉਸ ਮਹਿੰਗਾਈ ਦੇ ਨਾਂ ਦੇ ਉੱਤੇ ਫਾਇਦਾ ਚੱਕ ਕੇ ਇਹ ਕੰਪਨੀਆਂ ਫਾਇਦਾ ਲੈ ਰਹੀਆਂ, ਤੇ ਕੁਦਰਤੀ ਤੌਰ ਤੇ ਜੇ ਉਹਨਾਂ ਨੂੰ ਉਹ ਜਿੰਨਾ ਫਾਇਦਾ ਦੇ ਰਹੀਆਂ ਤੇ ਉਸ ਹਿਸਾਬ ਦੇ ਨਾਲ ਆਪਣੇ ਨਾ ਉਹ ਟੌਪ ਤੇ ਜਿਹੜੇ ਲੋਕ ਨੇ ਉਹਨਾਂ ਨੂੰ ਤਨਖਾਹ ਵੀ ਦੇ ਰਹੇ ਆ। ਇਸ ਗੱਲ ਦੇ ਉੱਤੇ ਜਿਹੜੀ ਚਿੰਤਾ ਇਸ ਵੇਲੇ ਕੀਤੀ ਜਾ ਰਹੀ ਆ ਕਿ ਜਿਹੜੇ ਔਰ ਦੂਜੀ ਗੱਲ ਜਿਹੜੀ ਇਹਨਾਂ ਦੀ ਇਨਕਮ ਆ, ਜਿਹੜੀ ਇਹਨਾਂ ਦੀ 8% ਐਕਚੁਅਲ ਸੈਲਰੀ ਆ ਸਿਰਫ ਇਹਨਾਂ ਦੀ, ਜਿਹੜੇ ਇਹ CEO ਨੇ, ਮਤਲਬ ਜਿਹੜੀ ਤਨਖਾਹ 8% ਹੀ ਇਹ ਇੱਦਾਂ ਅਰਨ ਕਰਦੇ ਆ। ਦੂਜਾ ਸਾਰਾ ਕੁਛ ਕੀ ਆ ਕਿ ਉਹਨਾਂ ਦੇ ਜਿਹੜੇ ਬੋਨਸ ਟਾਈਪ ਕੰਪਨਸੇਸ਼ਨਸ ਹੁੰਦੇ ਉਹ ਬਹੁਤ ਆ, ਕਿ ਜਿਹੜੀ ਮਤਲਬ ਕੰਪਨੀ ਦੇ ਪ੍ਰੋਫਿਟ ਜਾਂ ਰੈਵਨਿਊ ਜਾਂ ਪਰਫਾਰਮੈਂਸ ਦੇ ਉੱਤੇ ਬੇਸਡ ਇਹਨਾਂ ਦੀ ਤਨਖਾਹ ਹੁੰਦੀ ਹੈ ਕਿ ਆਹ ਤੁਹਾਡੀ ਤਨਖਾਹ ਆ, ਇਹ ਤੋਂ ਬਾਅਦ ਜੇ ਕੰਪਨੀ ਤੁਸੀਂ ਇੰਨਾ ਫਾਇਦਾ ਦੇ ਦੋਗੇ ਤਾਂ ਤੁਹਾਨੂੰ ਇੰਨੇ ਮਿਲ ਜਾਣਗੇ, ਇੰਨਾ ਫਾਇਦਾ ਦੇ ਦੋਗੇ ਤਾਂ ਇੰਨਾ ਮਿਲ ਜਾਓਗੇ। ਤਨਖਾਹ 8% ਹੀ ਆ, ਬਾਕੀ ਸਾਰਾ ਜੇਕਰ ਸਾਲ ਦਾ $14.5 ਮਿਲੀਅਨ ਇਹ ਕਮਾਉਂਦੇ ਆ ਤੇ ਉਹ ਜਿਹੜੇ ਇਹਨਾਂ ਦੇ ਬੋਨਸ ਤੇ ਕੰਪਨਸੇਸ਼ਨਸ ਨੇ ਉਹਨਾਂ ਦੇ ਵਿੱਚੋਂ ਮਿਲ ਰਿਹਾ ਆ। ਤੇ ਜਿਹਦਾ ਮਤਲਬ ਇਹ ਆ ਕਿ ਹੋਰ ਜ਼ੋਰ ਲਾ ਰਿਹਾ ਕਿ ਸਾਡੀ ਕੰਪਨੀ ਨੂੰ ਮੁਨਾਫਾ ਵੱਧ ਹੋਵੇ। ਤੇ ਜਿਹਦਾ ਮਤਲਬ ਕੀ ਇਹ ਆ ਕਿ ਜਿੰਨਾ ਇਹ ਉੱਥੇ ਫਾਇਦਾ ਲੈ ਰਹੇ ਆ, ਜਿਹੜਾ ਗੈਪ ਆ ਉਹ ਵੱਧ ਰਿਹਾ। ਕਿਤੇ ਨਾ ਕਿਤੇ ਜਿਹੜਾ ਸਧਾਰਨ ਵਰਕਰ ਆ ਉਹਦੀ ਤਨਖਾਹ ਨਹੀਂ ਵੱਧ ਰਹੀ ਉਨੀ ਜ਼ਿਆਦਾ ਜਿੰਨਾ ਇਹਨਾਂ ਦੀ ਵੱਧ ਰਹੀ ਆ। ਇਹ ਕੁਛ ਜਿਹੜਾ ਅੱਜ ਮਾਮਲੇ ਸਾਹਮਣੇ ਆਏ ਆ, ਹੁਣ ਇਹਨੂੰ ਕੀ ਇਹ ਗੈਪ ਘਟਦਾ ਆ, ਇਹਦਾ ਵਧਣ ਦੇ ਨਾਲ ਜਿਹੜਾ ਕੋਈ ਫਾਇਦਾ ਹੁੰਦਾ ਆ, ਤੇ ਔਰ ਵੱਡੀਆਂ ਕੰਪਨੀਆਂ ਦਾ ਵੀ ਫਾਇਦਾ ਹੋਇਆ ਵੱਡਾ, ਜਿਹੜੀਆਂ ਖਾਸ ਕਰ ਗਰੋਸਰੀ ਵਾਲੀਆਂ ਜਾਂ ਸੁਪਰ ਸਟੋਰ ਜਾਂ ਦੂਜੀਆਂ ਥਾਵਾਂ ਦੇ ਉੱਤੇ ਲੌਬਲਾ ਵਰਗੀਆਂ ਕੰਪਨੀਆਂ ਸਪਲਾਈ ਕਰਦੀਆਂ, ਇਹਨਾਂ ਦੇ ਪਿੱਛੇ ਜਿਹੜੀਆਂ ਪੇਰੈਂਟ ਕੰਪਨੀਆਂ ਨੇ ਉਹਨਾਂ ਦੀਆਂ ਫਾਇਦਾ ਵੀ ਹੋਇਆ ਹੈ, ਜਿਹੜੇ ਟੌਪ ਦੇ CEOs ਨੇ ਉਹਨਾਂ ਦਾ ਵੀ ਫਾਇਦਾ ਹੋਇਆ ਹੈ। ਆਮ ਬੰਦਾ ਮਹਿੰਗਾਈ ਦੇ ਵਿੱਚ ਕਿਤੇ ਨਾ ਕਿਤੇ ਕੈਨੇਡਾ ਵਰਗੇ ਦੇਸ਼ ਦੇ ਵਿੱਚ ਵੀ ਰਗੜਿਆ ਜਾ ਰਿਹਾ। ਇਹ ਮਾਮਲਾ NDP ਦੇ ਸਰਦਾਰ ਜਗਮੀਤ ਸਿੰਘ ਹੋਣੀ ਬਹੁਤ ਜ਼ੋਰ ਸ਼ੋਰ ਨਾਲ ਚੱਕ ਰਿਹਾ ਸੀ ਕਿ ਇਹਨੂੰ ਉਹਨਾਂ ਨੇ ਗ੍ਰੀਡਫਲੇਸ਼ਨ ਕਿਹਾ ਸੀ, ਵੀ ਜਿਹੜਾ ਦੇਖਿਆ ਜਾਵੇ ਵੀ ਇਹ ਜਿਹੜਾ ਵਾਅਦਾ ਕੀਤਾ ਜਾ ਰਿਹਾ ਕਿਤੇ ਲਾਲਚ ਦੇ ਵਿੱਚ ਤਾਂ ਨਹੀਂ ਕੀਤਾ ਜਾ ਰਿਹਾ ਵੀ ਮਹਿੰਗਾਈ ਦੇ ਨਾਂ ਦੇ ਉੱਤੇ ਲੁੱਟ ਕੀਤੀ ਜਾ ਰਹੀ ਹੈ। ਹਾਲਾਂਕਿ ਉਹਦਾ ਬਾਅਦ ਦੇ ਵਿੱਚ ਕੁਝ ਬਣਿਆ ਨਹੀਂ ਸੀ, ਨਾ ਉਹਦਾ ਕੋਈ ਸਬੂਤ ਨਿਕਲਿਆ ਸੀ, ਪਰ ਉਹਨਾਂ ਦਾ ਕੰਸਰਨ ਜਿਹੜਾ ਬਿਲਕੁਲ ਜਾਇਜ਼ ਸੀਗਾ ਔਰ ਜਿਹੜਾ ਉਹਨਾਂ ਨੇ ਚੁੱਕਿਆ ਸੀ। ਤੇ ਉਸੇ ਤਰ੍ਹਾਂ ਦੀ ਗੱਲਬਾਤ ਜਿਹੜੀ ਇਸ ਵੇਲੇ ਸਾਹਮਣੇ ਆ ਰਹੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦਾ ਜਿਹੜਾ ਇਹ ਜਿੰਨਾ ਕਮਾਈ ਇਹਨਾਂ ਨੂੰ ਆ ਕਿ ਆਮ ਲੋਕ ਜਿਹੜੇ ਨੇ ਉਹਨਾਂ ਦੇ ਉੱਤੇ ਵੀ ਇਹਦਾ ਫਾਇਦਾ ਹੋ ਰਿਹਾ, ਜਾਂ ਇੱਦਾਂ ਹੋ ਰਿਹਾ ਕਿ ਜਿਹੜੇ ਉੱਪਰਲੇ ਨੇ ਉਹ ਹੋਰ ਤਕੜੇ ਹੋ ਰਹੇ ਨੇ ਤੇ ਜਿਹੜੇ ਹੇਠਲੇ ਨੇ ਉਹ ਮਹਿੰਗਾਈ ਦੇ ਵਿੱਚ ਜ਼ਿਆਦਾ ਪਿਸ ਰਹੇ ਨੇ।
ਫਰੀडम ਕਨਵੋਏ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਆ। ਫਰੀडम ਕਨਵੋਏ ਬਾਰੇ ਅਸੀਂ ਗੱਲਬਾਤ ਕੀਤੀ ਆ। ਫਰੀडम ਕਨਵੋਏ 2 ਇਹ ਆਪਣੇ ਇਹਨਾਂ ਦੀ ਜਿਹੜੀ ਗਰੁੱਪ ਸੀਗਾ ਸਾਰੇ ਦਾ ਸਾਰਾ ਟੁੱਟ ਗਿਆ, ਆਪਸ ਦੇ ਵਿੱਚ ਪਾਟ ਗਏ ਨੇ। ਇਹ ਕਿ ਪਿਛਲੇ ਸਾਲ ਜਿਸ ਤਰ੍ਹਾਂ ਦਾ ਪ੍ਰੋਟੈਸਟ ਹੋਇਆ ਸੀ ਓਟਵਾ ਦੇ ਵਿੱਚ, ਤੇ ਉਹ ਕਹਿੰਦੇ ਸੀ ਵੀ ਅਸੀਂ ਫਰਵਰੀ ਦੇ ਵਿੱਚ ਇਸ ਸਾਲ ਇੱਕ ਡੇਟ ਅਨਾਊਂਸ ਕਰਕੇ ਵੀ ਪਿਛਲੇ ਸਾਲ ਅਸੀਂ ਓਟਵਾ 'ਚ ਗਏ ਸੀ ਤੇ ਐਸਕੀ ਅਸੀਂ ਇਸੇ ਤਰ੍ਹਾਂ ਇਕੱਠੇ ਹੋ ਕੇ ਵਿਨੀਪੈਗ ਦੇ ਵਿੱਚ ਜਾਵਾਂਗੇ। ਉਹਦੇ ਵਿੱਚ ਹੁਣ ਰੌਲਾ ਰੱਪਾ ਪੈਣਾ ਸ਼ੁਰੂ ਹੋ ਗਿਆ ਸੀ, ਸਰਕਾਰ ਵੀ ਚਿੰਤਾ 'ਚ ਹੋ ਗਈ ਸੀ, ਲੋਕ ਵੀ ਕਹਿੰਦੇ ਸੀ ਇੱਥੇ ਡਾਊਨਟਾਊਨ ਦੇ ਵਿੱਚ ਜਾ ਕੇ ਇਹ ਕੀ ਕਰਦੇ, ਜਾਂ ਜਿੱਦਾਂ ਜਿਸ ਤਰੀਕੇ ਨਾਲ ਲਗਭਗ ਮਹੀਨਾ ਇਹ ਓਟਵਾ ਦੇ ਵਿੱਚ ਲੱਗੇ ਰਹੇ ਸੀ ਤੇ ਫਿਰ ਉੱਥੇ ਜਿਹੜੇ ਐਮਰਜੈਂਸੀ ਐਕਟ ਲਾਉਣਾ ਪਿਆ ਸੀ ਜਿਹਦੀ ਹਜੇ ਤੱਕ ਜਾਂਚ ਚੱਲ ਰਹੀ ਆ। ਜਿਹੜੇ ਜੇਮਸ ਬੌਰਡਨ ਨੇ ਇਹਦੇ ਕੋ ਫਾਊਂਡਰ, ਜਿਹੜਾ ਐਂਟੀ ਗਵਰਨਮੈਂਟ ਗਰੁੱਪ ਸੀਗਾ ਕੈਨੇਡਾ ਦੇ ਵਿੱਚ, ਇਹਨੂੰ ਕਹਿੰਦੇ ਸੀ ਕੈਨੇਡਾ ਯੂਨਿਟੀ, ਤੇ ਕੋ ਫਾਊਂਡਰ ਸੀਗੇ ਪਿਛਲੇ ਜਿਹੜੇ ਫਰਵਰੀ ਦੇ ਵਿੱਚ ਪ੍ਰੋਟੈਸਟ ਹੋਇਆ ਸੀ ਓਟਵਾ ਦੇ ਵਿੱਚ, ਉਹਦੇ ਵਿੱਚ ਵੀ ਉਹਨਾਂ ਨੇ ਇੱਕ ਫੇਸਬੁੱਕ ਪੋਸਟ ਦੇ ਵਿੱਚ ਕੱਲ੍ਹ ਸੋਮਵਾਰ ਨੂੰ ਇਹ ਕਿਹਾ ਕਿ ਜਿਹੜਾ ਫਰੀडम ਕਨਵੋਏ 2 ਆ ਇਹਨੂੰ ਅਸੀਂ ਕੈਂਸਲ ਕਰ ਰਹੇ ਹਾਂ, ਕਿਉਂਕਿ ਕਾਰਨ ਉਹਨਾਂ ਨੇ ਦੱਸਿਆ ਕਿ ਅਨਸਪੈਸੀਫਾਈਡ ਸਿਕਿਉਰਿਟੀ ਰੀਜ਼ਨਸ। ਉਹ ਕਹਿੰਦੇ ਮੇਰੇ ਕੋਲ ਬਹੁਤ ਸਾਰੀਆਂ ਮਤਲਬ ਇੱਦਾਂ ਦੀਆਂ ਬਹੁਤ ਸਾਰੀਆਂ ਸਿਕਿਉਰਿਟੀ ਬ੍ਰੀਚਿਸ ਨੇ ਜਾਂ ਇੱਦਾਂ ਦੀਆਂ ਗੱਲਾਂ ਬਾਤਾਂ ਨੇ ਕਿ ਮੈਂ ਇਹਦਾ ਜਿਹੜਾ ਹਿੱਸਾ ਨਹੀਂ ਬਣ ਸਕਦਾ, ਤੇ ਕੋਈ ਵੀ ਜਿਹੜਾ ਇਹ ਕਨਵੋਏ ਆ ਇਸ ਵਾਰੀ ਨਹੀਂ ਹੋ ਰਿਹਾ। ਇਹਦਾ ਮਤਲਬ ਇਹ ਆ ਕਿ ਜਿਹੜੀ ਇਹਨਾਂ ਨੇ ਇਸ ਕਨਵੋਏ ਦੇ ਪ੍ਰਬੰਧਕਾਂ ਨੇ ਪਿੱਛੇ ਜੇ ਕਿਹਾ ਸੀ ਕਿ ਅਸੀਂ ਫਰਵਰੀ ਦੇ ਵਿੱਚ ਵਿਨੀਪੈਗ ਦੇ ਵਿੱਚ ਕਰ ਰਹੇ ਹਾਂ, ਜਾਂ ਤਾਂ ਇਹਦੇ 'ਚ ਇਹ ਹੋਊਗਾ ਕਿ ਕੁਛ ਲੋਕ ਜਿਹੜੇ ਆ ਉਹ ਕਰਨਗੇ ਤੇ ਬਹੁਤੇ ਪਿੱਛੇ ਹਟ ਜਾਣਗੇ, ਕਿ ਜਾਂ ਬਿਲਕੁਲ ਨਹੀਂ ਕਰਨਗੇ। ਸੋ ਇੱਕ ਚੰਗੀ ਗੱਲ ਵੀ ਸਮਝੀ ਜਾ ਰਹੀ ਹੈ ਇਹ ਕਿ ਜਿਹੜੇ ਬਹੁਤ ਇੱਕ ਉੱਥੇ ਜਿਸ ਤਰੀਕੇ ਨਾਲ ਪਹਿਲੀ ਵਾਰੀ ਸ਼ਾਇਦ ਜਦੋਂ ਦਾ ਕੈਨੇਡਾ ਦਾ ਸੰਵਿਧਾਨ ਬਣਿਆ ਇਹ ਐਮਰਜੈਂਸੀ ਐਕਟ ਉੱਥੇ ਲਾਉਣਾ ਪਿਆ ਸੀਗਾ, ਤੇ ਉਹ ਐਤਕੀ ਕਿੰਨੀ ਹੋ ਸਕਦਾ ਸੀ ਵੀ ਐਤਕੀ ਪਿਛਲੀ ਵਾਰ ਨਾਲੋਂ ਜ਼ਿਆਦਾ ਖਤਰਾ ਪੈਦਾ ਕਰ ਦੇਣ। ਤੇ ਦੂਜਾ ਜਿਹੜਾ ਕੈਨੇਡਾ ਯੂਨਿਟੀ ਹੈ, ਜਿਹੜਾ ਫਰੀडम ਕਨਵੋਏ ਬ੍ਰਾਂਡ ਆ, ਤੇ ਪਰ ਹੁਣ ਇਸ ਗੱਲਬਾਤ ਦੇ ਨਾਲ ਕਿ ਕਿਉਂਕਿ ਇਹ ਆਪਣੇ ਆਪ ਦੇ ਵਿੱਚ ਹੀ ਜਿਹੜੇ ਇਹਦੇ ਆਪਸ ਵਿੱਚ ਟੁੱਟ ਗਏ ਨੇ ਇੱਕ ਦੂਜੇ ਦੇ ਨਾਲ, ਤਾਂ ਇਹ ਲੱਗਦਾ ਆ ਕਿ ਇਹ ਥੋੜ੍ਹਾ ਜਿਹਾ ਠੀਕ ਠਾਕ ਹੋ ਜਾਊਗਾ। ਤੁਹਾਨੂੰ ਯਾਦ ਹੋਊਗਾ ਪਿਛਲੇ ਸਾਲ ਜਿਹੜਾ ਇਹਨਾਂ ਨੇ ਪ੍ਰੋਟੈਸਟ ਕੀਤਾ ਸੀ, ਕੁਛ ਟਰੱਕਰ ਦੀ ਵੈਕਸੀਨੇਸ਼ਨ ਤੋਂ ਗੱਲਬਾਤ ਸ਼ੁਰੂ ਹੋਈ ਸੀ ਤੇ ਸ਼ੁਰੂ ਹੁੰਦੀ ਇੱਥੇ ਤੱਕ ਚਲੇ ਗਈ ਸੀ ਕਿ ਉੱਥੇ ਜਾ ਕੇ ਹੋਰ ਵੀ ਉਹਨਾਂ ਦੇ ਨਾਲ ਲੋਕ ਰਲ ਗਏ ਤੇ ਕਈ ਮਿਲੀਅਨ ਡਾਲਰ ਦੀ ਫੰਡਿੰਗ ਇਹਨਾਂ ਨੂੰ ਕਿੱਥੋਂ ਆ ਗਈ। ਅਮਰੀਕਾ ਦੇ ਉੱਤੇ ਵੀ ਦੋਸ਼ ਲੱਗਦਾ ਸੀ ਕਿ ਜਿਹੜੇ ਉੱਧਰ ਦੇ ਸੱਜੇ ਪੱਖੀ ਲੋਕ ਨੇ ਉਹਨਾਂ ਨੇ ਸਿੱਧਾ ਸਮਰਥਨ ਕੀਤਾ ਇਹਨਾਂ ਦਾ। ਉਹ ਫੰਡਿੰਗ ਬਾਅਦ 'ਚ ਫਰੀਜ਼ ਕਰ ਦਿੱਤੀ ਗਈ ਸੀ, ਜਾਂਚ ਹੋਈ ਸੀ, ਟਮਾਰਾ ਲਿਚ ਤੇ ਹੋਰ ਜਿਹੜੇ ਪੈਟ ਕਿੰਗ ਵਰਗੇ ਕਿੰਨੇ ਜਣੇ ਸੀ ਉਹਨੂੰ ਫੜ ਲਿਆ ਗਿਆ ਸੀ। ਇਸ ਵਾਰੀ ਇਹ ਇੱਕ ਮਤਲਬ ਸੁੱਖ ਦੀ ਖਬਰ ਹੀ ਕਹੀ ਜਾ ਰਹੀ ਹੈ ਕਿ ਇਹਨਾਂ ਦੀ ਆਪਸ ਦੇ ਵਿੱਚ ਹੀ ਜਿਹੜਾ ਗਰੁੱਪ ਆ ਕਿਸੇ ਨਾ ਕਿਸ ਤਰ੍ਹਾਂ ਟੁੱਟ ਗਿਆ, ਤੇ ਹੁਣ ਇਸ ਵਾਰੀ ਹੁਣ ਤੱਕ ਦੀਆਂ ਖਬਰਾਂ ਦੇ ਹਿਸਾਬ ਨਾਲ ਇਹਨਾਂ ਦੇ ਕੁਝ ਬੰਦਿਆਂ ਨੇ ਆ ਕੇ ਸਾਫ਼ ਤੌਰ 'ਤੇ ਕਹਿ ਦਿੱਤਾ ਵੀ ਜਿਹੜਾ ਵਿਨੀਪੈਗ 'ਚ ਪ੍ਰੋਟੈਸਟ ਹੋਣਾ ਉਹ ਅਸੀਂ ਨਹੀਂ ਕਰ ਰਹੇ। ਮਹਿੰਗਾਈ ਪਿਛਲੇ ਸਾਲ ਬਹੁਤ ਵਧੀ ਰਹੀ ਆ ਤੇ ਇਸ ਸਾਲ ਵੀ ਵਧਣ ਦੀ ਆਸ ਇਸੇ ਤਰ੍ਹਾਂ ਦੱਸਦੇ ਆ ਕਿ ਇਹਨੇ ਇੱਕਦਮ ਥੱਲੇ ਨਹੀਂ ਆਉਣਾ। ਇਹਦੇ ਨਾਲ ਹੋ ਕੀ ਰਿਹਾ, ਕੈਨੇਡਾ ਦੇ ਵਿੱਚ ਜਿਹੜੇ ਆਪਸੀ ਰਿਸ਼ਤੇ ਨੇ, ਜਿਹੜੇ ਹਸਬੈਂਡ ਵਾਈਫ ਨੇ, ਉਹਨਾਂ ਦੇ ਵਿੱਚ ਕਈ ਵਾਰੀ ਤਰੇੜਾਂ ਆ ਰਹੀਆਂ। ਉਹਨਾਂ ਤਰੇੜਾਂ ਨੂੰ ਜਾਂ ਇੱਕ ਦੂਜੇ ਦੇ ਉੱਤੇ ਜਿਹੜੀ ਬਲੇਮ ਗੇਮ ਚੱਲ ਰਹੀ ਆ ਕਿ ਆਹ ਨੁਕਸਾਨ ਦੇ ਲਈ ਤੂੰ ਜ਼ਿੰਮੇਵਾਰ ਆ, ਇੰਨੇ ਪੈਸੇ ਖਰਚਣ ਦੇ ਲਈ ਤੂੰ ਜ਼ਿੰਮੇਵਾਰ ਆ, ਉਹਦੇ ਲਈ ਕਹਿੰਦੇ ਜਿਹੜੇ ਫਾਈਨੈਂਸ਼ੀਅਲ ਪਲੈਨਰ ਨੇ ਉਹਨਾਂ ਦੀ ਹੈਲਪ ਲੈ ਲੈਣੀ ਚਾਹੀਦੀ ਆ ਇਹਨਾਂ ਰਿਲੇਸ਼ਨਸ਼ਿਪਸ ਨੂੰ ਠੀਕ ਠਾਕ ਰੱਖਣ ਦੇ ਲਈ। ਸੋ ਇੱਕ ਵੱਖਰੀ ਤਰ੍ਹਾਂ ਦਾ ਕਨਸੈਪਟ ਜਿਹੜਾ ਚੱਲ ਰਿਹਾ ਆ ਕਿ ਕਾਉਂਸਲਰ ਜਾਂ ਅਸੀਂ ਕਈ ਕੁਛ ਤਾਂ ਪਹਿਲਾਂ ਸੁਣਦੇ ਆਉਂਦੇ ਆ ਇਸ ਮਾਮਲਿਆਂ ਦੇ ਵਿੱਚ, ਜਦੋਂ ਰਿਲੇਸ਼ਨਸ਼ਿਪਸ ਦੇ ਵਿੱਚ ਕੋਈ ਨਾ ਕੋਈ ਜਿਹੜੀ ਗੱਲਬਾਤ ਚੱਲਦੀ ਆ ਤੇ ਕਾਉਂਸਲਰਸ ਦੀਆਂ ਆਪਾਂ ਸਲਾਹਾਂ ਲਈਆਂ ਜਾਂਦੀਆਂ ਤੇ ਕਈ ਕੁਛ ਕੀਤਾ ਜਾਂਦਾ। ਹੁਣ ਦੱਸਦੇ ਆ ਕਿ ਜਿਹੜਾ ਕਾਸਟ ਆਫ ਲਿਵਿੰਗ ਆ ਉਹ ਇੱਕ ਡੇਲੀ ਸਟ੍ਰੈਸ ਦਾ ਸੋਰਸ ਬਣਿਆ ਪਿਆ ਇਸ ਵੇਲੇ, ਤੇ ਜਿਹੜੇ ਫਾਈਨੈਂਸ਼ੀਅਲ ਐਡਵਾਈਜ਼ਰਸ ਨੇ ਉਹਨਾਂ ਦਾ ਰੋਲ ਬਹੁਤ ਯੂਨੀਕ ਆ। ਬਹੁਤ ਤੁਹਾਨੂੰ ਮਤਲਬ ਤੁਹਾਡੇ ਕੋਲੇ ਕਿੰਨੀ ਆਮਦਨ ਆ, ਕਿੰਨੇ ਤੁਹਾਡੇ ਖਰਚੇ ਆ, ਕਿਹੜਾ ਖਰਚਾ ਤੁਸੀਂ ਪਹਿਲਾਂ ਕਰਨਾ, ਕਿਹੜਾ ਖਰਚਾ ਕਿੰਨਾ ਕਰਨਾ, ਹੋਰ ਪਾਸੇ ਕੀ ਕਰਨਾ, ਇਸ ਚੀਜ਼ ਦੀ ਸਲਾਹ ਦੇਣ ਦੇ ਲਈ ਇਹ ਖਾਸ ਬੰਦੇ ਜਿਹੜੇ ਮਾਹਰ ਨੇ ਜਿਹੜੇ ਤੁਹਾਨੂੰ ਸਮਝਾ ਦਿੰਦੇ ਆ ਵੀ ਇਸ ਤਰੀਕੇ ਨਾਲ ਖਰਚਾ ਕਰੋ ਤੇ ਤੁਸੀਂ ਠੀਕ ਠਾਕ ਰਹੋਗੇ। ਜਿਹਦਾ ਮਤਲਬ ਇਹ ਆ ਕਿ ਅਲਟੀਮੇਟਲੀ ਤੁਸੀਂ ਇਮੋਸ਼ਨਸ ਜਾਂ ਜਿਹੜੀ ਟੈਨਸ਼ਨ ਹੈਗੀ ਆ ਉਹਨੂੰ ਕਿਸੇ ਤਰ੍ਹਾਂ ਬੈਲੈਂਸ ਕਰਨਾ ਸਿੱਖ ਜਾਂਦੇ ਹੋ। ਇਹ ਐਡਵਾਈਜ਼ਰ ਤੁਹਾਨੂੰ ਸੁਣਦੇ ਆ ਤੇ ਤੁਹਾਨੂੰ ਇੱਕ ਸਹੀ ਰਾਏ ਦਿੰਦੇ ਆ, ਤੇ ਔਰ ਇਸ ਪਾਸੇ ਹੁਣ ਬਹੁਤ ਸਾਰੇ ਲੋਕ ਜਾ ਰਹੇ ਆ ਜਿਨ੍ਹਾਂ ਦੇ ਜੀਵਨ ਦੇ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਈਆਂ ਆ, ਉਹ ਕਿਸੇ ਨਾ ਕਿਸੇ ਤਰ੍ਹਾਂ ਉਹਦੇ ਵੱਲ ਜਾ ਕੇ ਇਹਨਾਂ ਕੋਲੋਂ ਸਲਾਹ ਲੈ ਕੇ ਆਪਣੇ ਫਾਈਨੈਂਸਿਸ ਪਲਾਨ ਕਰ ਰਹੇ ਆ। ਮਤਲਬ ਤੁਹਾਨੂੰ ਘੱਟੋ ਘੱਟ ਤਸਵੀਰ ਤੁਹਾਡੇ ਸਾਹਮਣੇ ਦੱਸ ਦਿੰਦੇ ਆ। ਜਿਹੜਾ ਮਤਲਬ ਹਸਬੈਂਡ ਵਾਈਫ ਤਾਂ ਹੈਗੇ ਹੀ ਆ, ਉਹਨਾਂ ਦੇ ਵਿੱਚ ਰੌਲਾ ਆ, ਤੇ ਜਿਹੜੀ ਥਰਡ ਪਾਰਟੀ ਫਾਈਨੈਂਸ਼ੀਅਲ ਐਕਸਪਰਟ ਆ ਉਹ ਤੁਹਾਨੂੰ ਦੱਸ ਦੇਣਗੇ ਵੀ ਆਹ ਤੁਹਾਡੀ ਕਿਸ਼ਤ ਆ, ਇੰਨੀ ਤੁਹਾਡੀ ਇਸ ਵੇਲੇ ਆਮਦਨ
ਆਉਣ ਵਾਲੇ ਸਮੇਂ 'ਚ ਇੰਨੇ ਵਿਆਜ ਹੋ ਜਾਣੇ ਆ, ਇੰਨੀ ਕਿਸ਼ਤ ਹੋ ਜਾਣੀ ਆ, ਤੇ ਇਸ ਹਿਸਾਬ ਦੇ ਨਾਲ ਤੁਹਾਨੂੰ ਖਰਚਾ ਕਰਨਾ ਪਊਗਾ, ਜਾਂ ਤੇ ਆਹ ਘਰ ਦੇ ਕੇ ਛੋਟਾ ਲੈ ਲਓ, ਜਾਂ ਇਹਨੂੰ ਕਰਕੇ ਉੱਧਰ ਚਲੇ ਜਾਓ, ਜਾਂ ਆਹ ਖਰਚਾ ਕੱਟ ਕਰ ਲਓ। ਤੁਹਾਨੂੰ ਦੱਸ ਦੇਣਗੇ ਵੀ ਤੁਹਾਡਾ ਹੱਲ ਕੀ ਆ। ਉਹਦੇ ਤੋਂ ਬਾਅਦ ਬਹੁਤੇ ਲੋਕਾਂ ਦੇ ਰਿਸ਼ਤੇ ਜਿਹੜੇ ਆ ਕਹਿੰਦੇ ਠੀਕ ਠਾਕ ਹੋ ਜਾਂਦੇ, ਕਿਉਂਕਿ ਉਹਨਾਂ ਨੂੰ ਗੱਲ ਸਮਝ ਲੱਗ ਜਾਂਦੀ ਆ ਕਿ ਅਸਲ ਦੇ ਵਿੱਚ ਸਾਡੀ ਆਮਦਨ ਕਿੰਨੀ ਆ, ਸਾਡੇ ਖਰਚੇ ਕਿੰਨੇ ਨੇ। ਕਿਉਂਕਿ ਜਿਹੜੇ ਫਾਈਨੈਂਸ਼ੀਅਲ ਐਡਵਾਈਜ਼ਰਸ ਨੇ, ਇਹਨਾਂ ਨੂੰ ਇੱਕ ਸਾਡੇ ਨਾਲੋਂ ਆਮ ਵਿਅਕਤੀ ਨਾਲੋਂ ਜ਼ਿਆਦਾ ਜਾਣਕਾਰੀ ਹੁੰਦੀ ਆ ਇਹਨਾਂ ਫਾਈਨੈਂਸਿਸ ਦੀ, ਇਹਨਾਂ ਖਰਚਿਆਂ ਦੀ, ਤੇ ਇਹ ਉਹਦੇ ਬਾਰੇ ਤੁਹਾਨੂੰ ਜ਼ਿਆਦਾ ਦੱਸ ਸਕਦੇ ਆ। ਜਿਹੜੀ ਮੈਰਿਜ ਦੀ ਇੰਸਟੀਟਿਊਸ਼ਨ ਆ ਇਹਦੇ ਵਿੱਚ ਦੱਸਦੇ ਆ ਕਿ ਇਹਨਾਂ ਦਾ ਇਸ ਵੇਲੇ ਫਾਈਨੈਂਸ਼ੀਅਲ ਐਡਵਾਈਜ਼ਰਸ ਦਾ ਕੈਨੇਡਾ ਦੇ ਵਿੱਚ ਬਹੁਤ ਵੱਡਾ ਰੋਲ ਆ, ਜਿਹੜੇ ਤੁਹਾਡੇ ਫਾਈਨੈਂਸਿਸ ਨੂੰ ਮੈਨੇਜ ਕਰਨਾ ਦੱਸ ਕੇ ਤੁਹਾਡੇ ਜਿਹੜੇ ਆਪਸੀ ਰਿਸ਼ਤੇ ਆ ਉਹਨਾਂ ਨੂੰ ਠੀਕ ਠਾਕ ਕਰਨ ਦਾ ਯਤਨ ਕਰਦੇ ਆ। ਪਿਛਲੇ ਦਿਨਾਂ ਦੇ ਵਿੱਚ ਮੌਸਮ ਬਹੁਤ ਖਰਾਬ ਰਿਹਾ, ਤੇ BC ਦੇ ਵਿੱਚ ਖਾਸ ਕਰਕੇ ਬਰਫ਼ਬਾਰੀ ਬਹੁਤ ਹੋਈ ਆ। ਉਸ ਬਰਫ਼ਬਾਰੀ ਨਾਲ ਕੁਝ ਇਹੋ ਜਿਹੇ ਵਰਤਾਰੇ ਲੋਕਾਂ ਨੂੰ ਦੇਖਣ ਨੂੰ ਮਿਲ ਰਹੇ ਆ ਜਿਹੜੇ ਉਹਨਾਂ ਨੇ ਪਹਿਲਾਂ ਨਹੀਂ ਦੇਖੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਚਿਲਾਵੈਕ ਤੇ ਜਾਂ ਜਿਹੜਾ ਐਕਸਿਸ ਆ, ਇਹਨਾਂ ਦੋਵੀਆਂ ਥਾਵਾਂ ਦੇ ਉੱਤੇ ਫਰੇਜ਼ਰ ਰਿਵਰ ਦੇ ਵਿੱਚ ਬਰਫ਼ ਦੇ ਬਹੁਤ ਵੱਡੇ ਵੱਡੇ ਗੋਲੇ ਨਜ਼ਰ ਆ ਰਹੇ ਆ। ਮਤਲਬ ਮਨੁੱਖ ਤੋਂ ਵੀ, ਆਦਮੀ ਤੋਂ ਵੀ ਵੱਡੇ ਵੱਡੇ ਗੋਲੇ ਜਿਹੜੇ ਆ ਉਹ ਨਜ਼ਰ ਆ ਰਹੇ, ਜਿਹੜੇ ਕਿ ਆਮ ਲੋਕਾਂ ਨੇ ਪਹਿਲਾਂ ਕਦੇ ਨਹੀਂ ਦੇਖੇ। ਜਿਹੜੇ ਕੁਛ ਵਿਗਿਆਨੀ ਨੇ ਇਹਦੇ ਅਰਥ ਸਾਇੰਸ ਦੇ, ਖਾਸ ਕਰ ਸਾਈਮਨ ਫਿਰ ਯੂਨੀਵਰਸਿਟੀ ਦੇ ਵਿੱਚ ਅਰਥ ਸਾਇੰਸ ਡਿਪਾਰਟਮੈਂਟ ਦੇ ਨੇ ਪ੍ਰੋਫੈਸਰ ਬ੍ਰੈਂਟ ਵਾਰਡ, ਉਹਨਾਂ ਨੇ ਇਹਦੇ ਬਾਰੇ ਗੱਲਬਾਤ ਦੱਸੀ ਆ ਕਿ ਅਸਲ ਦੇ ਵਿੱਚ ਹੈ ਕੀ। ਇਹ ਬਹੁਤਾ ਜਿਹੜਾ ਅਨਕੋਮਨ ਜਿਹਾ ਫਿਨੋਮਨਾ ਆ, ਪਹਿਲਾਂ ਕਦੇ ਇੱਦਾਂ ਨਹੀਂ। ਮਤਲਬ ਆਮ ਤੌਰ ਦੇ ਉੱਤੇ ਕੀ ਹੁੰਦਾ ਕਿ ਸਨੋ ਪੈ ਜਾਂਦੀ ਹੈ, ਜਾਂ ਤਾਂ ਸਨੋ ਪੈ ਜਾਂਦੀ ਉਹ ਜੰਮ ਜਾਂਦੀ ਆ, ਤੇ ਫਿਰ ਮੀਂਹ ਪੈਣ ਤੋਂ ਬਾਅਦ ਖੁਰ ਕੇ ਠੀਕ ਠਾਕ ਹੋ ਜਾਂਦੀ ਆ, ਜਾਂ ਜਿਹੜੀ ਆ ਉਹ ਥੋੜ੍ਹੇ ਦਿਨ ਉਸੇ ਤਰ੍ਹਾਂ ਉੱਥੇ ਰਹੀ ਜਾਂਦੀ ਆ। ਪਰ ਇਹ ਇੱਕ ਬੰਦੇ ਜਿਹੜਾ ਵੱਡਾ ਗੋਲਾ ਦਰਿਆਵਾਂ ਦੇ ਵਿੱਚ ਬਰਫ਼ ਦਾ ਫਿਰਨਾ, ਲੋਕ ਉੱਥੇ ਜਾ ਰਹੇ ਆ, ਉਹਦੀਆਂ ਫੋਟੋ ਲੈ ਰਹੇ ਆ, ਦੇਖ ਰਹੇ ਆ। ਇਹ ਦੱਸਦੇ ਕੀ ਆ ਕਿ ਜਿਹੜਾ ਵਿੰਟਰ ਸਟੋਰਮ ਪਿਛਲੇ ਦਿਨਾਂ ਦੇ ਵਿੱਚ ਵੈਨਕੂਵਰ ਦੇ ਵਿੱਚ ਆਇਆ ਸੀ, -13 ਡਿਗਰੀ ਟੈਂਪਰੇਚਰ ਹੋ ਗਿਆ ਸੀ। ਖਾਸ ਕਰ ਵਿਲੀਅਮ ਲੇਕਸ ਵਰਗੇ ਏਰੀਆ ਦੇ ਵਿੱਚ -36 ਡਿਗਰੀ ਤੱਕ ਟੈਂਪਰੇਚਰ ਚਲੇ ਗਿਆ ਸੀ। ਉਹਦੇ ਤੋਂ ਬਾਅਦ ਜਦੋਂ ਡੀਪ ਫਰੀਜ਼ ਹੋ ਗਈ, ਟੈਂਪਰੇਚਰ ਜਿਹੜਾ ਥੱਲੇ ਚਲੇ ਗਿਆ, ਉਹਦੇ ਨਾਲ ਇਹ ਬਰਫ਼ ਜੰਮ ਗਈ। ਉਹ ਜਿਹੜੀ ਜੰਮੀ ਸੀਗੀ ਉਹ ਲਗਾਤਾਰ ਜੰਮਦੀ ਰਹੀ, ਲਗਾਤਾਰ ਜੰਮਦੀ ਮਤਲਬ ਉਹਦੇ ਵਿੱਚ ਜਿਹੜੇ ਦਰਿਆ ਸੀਗੇ 6 ਫੁੱਟ ਡੂੰਘੀ ਕਈ ਥਾਵਾਂ ਦੇ ਉੱਤੇ, ਮਤਲਬ ਪਾਣੀ ਜਿਹੜਾ ਉਹਦਾ ਬਰਫ਼ ਬਣ ਗਿਆ। ਤੇ ਇਹ ਆਮ ਤੌਰ ਦੇ ਉੱਤੇ ਕਾਮਨ ਹੀ ਆ। ਅਸਲ ਦੇ ਵਿੱਚ ਇਹ ਵਰਤਾਰਾ ਕੈਨੇਡਾ ਦੇ ਬਾਕੀ ਸੂਬਿਆਂ ਦੇ ਵਿੱਚ ਤਾਂ ਕਾਮਨ ਆ, ਕਿਉਂਕਿ ਉੱਥੇ ਠੰਡ ਬਹੁਤ ਜ਼ਿਆਦਾ ਪੈਂਦੀ ਆ। BC ਵਰਗੇ ਸੂਬੇ ਦੇ ਲਈ ਇਹ ਗੱਲ ਵੱਖਰੀ ਸੀ। ਉਹਦੇ ਤੋਂ ਬਾਅਦ ਹੁਣ ਜਦੋਂ ਇਹ ਬਾਅਦ ਦੇ ਵਿੱਚ ਥੋੜ੍ਹਾ ਜਿਹਾ ਟੈਂਪਰੇਚਰ ਉੱਤੇ ਹੋਇਆ, ਪਾਣੀ ਦੇ ਵਿੱਚੋਂ ਇਹ ਤੁਰੇ ਆ, ਉਹਦੇ ਨਾਲ ਰਿੜਨ ਦੇ ਨਾਲ ਇਹ ਗੋਲ ਜੇ ਬਣੇ ਆ, ਤਾਂ ਇੱਕ ਟੂਰਿਸਟ ਅਟਰੈਕਸ਼ਨ ਕੈਨੇਡਾ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿੱਚ ਫਰੇਜ਼ਰ ਰਿਵਰ ਦੇ ਵਿੱਚ ਇਹ ਬਣੇ ਆ। ਖਾਸ ਕਰ ਚਿਲਾਵੈਕ ਦੇ ਵਿੱਚ, ਬਾਕੀ ਥਾਵਾਂ ਦੇ ਉੱਤੇ ਵੀ ਲੋਕ ਇਹਨੂੰ ਦੇਖ ਰਹੇ ਆ। ਬੜਾ ਜਿਹੜਾ ਲੋ ਤੇ ਕੋਲਡ ਲੰਬਾ ਸਮਾਂ ਰਿਹਾ ਤਾਪਮਾਨ, ਉਹਨੇ ਹੌਲੀ ਹੌਲੀ ਇਹਨੂੰ ਇਸ ਤਰੀਕੇ ਦਾ ਬਣਾ ਦਿੱਤਾ, ਤੇ ਜਿਹੜੇ ਲੋਕਾਂ ਦੇ ਲਈ ਇਹ ਇੱਕ ਅਜੂਬਾ ਬਣ ਗਿਆ ਕਿ ਜਿਹੜਾ ਉਹਨਾਂ ਨੇ ਪਹਿਲਾਂ ਇਹ ਕਦੇ ਨਹੀਂ ਸੀ ਦੇਖਿਆ, ਹੁਣ ਦੇਖਿਆ। ਪਰ ਜਿਹੜੇ ਸਾਇੰਟਿਸਟ ਨੇ ਉਹ ਦੱਸ ਰਹੇ ਕਿ ਇਹ ਸਾਡੇ ਲਈ ਅਨਕੋਮਨ ਆ। ਦੂਜੀਆਂ ਥਾਵਾਂ ਦੇ ਉੱਤੇ ਆਮ ਤੌਰ ਦੇ ਉੱਤੇ ਜਿਹੜੀ ਇਹ ਚੀਜ਼ ਆ ਪਹਿਲਾਂ ਹੀ ਦੇਖਣ ਨੂੰ, ਆਮ ਤੌਰ ਦੇ ਉੱਤੇ ਦੇਖਣ ਨੂੰ ਮਿਲ ਜਾਂਦੀ ਹੈ। ਅਗਲੀ ਗੱਲਬਾਤ ਦੋਸਤੋ ਆਪਾਂ ਲੋਕਾਂ ਦੀ ਮੋਬਿਲਿਟੀ ਦੇ ਉੱਤੇ ਕਰਨੀ ਆ ਕਿ ਜਿਹੜੇ ਲੋਕ ਇੱਕ ਸੂਬੇ ਦੇ ਵਿੱਚ, ਕੈਨੇਡਾ ਦੇ ਵਿੱਚ ਆਉਂਦੇ ਆ, ਤੇ ਫਿਰ ਬਾਅਦ ਦੇ ਵਿੱਚ ਦੂਜੇ ਸੂਬੇ ਦੇ ਵਿੱਚ ਚਲੇ ਜਾਂਦੇ ਆ। ਕੈਨੇਡਾ ਦੇ ਕੁਝ ਸੂਬੇ ਰਹਿਣ ਲਈ ਚੰਗੇ ਮੰਨੇ ਜਾਂਦੇ ਆ, ਮਹਿੰਗੇ ਮੰਨੇ ਜਾਂਦੇ ਆ, ਜਿਵੇਂ ਕਿ ਜਿਹੜਾ ਓਨਟਾਰੀਓ ਆ, ਬ੍ਰਿਟਿਸ਼ ਕੋਲੰਬੀਆ ਆ, ਜਾਂ ਅਲਬਰਟਾ ਆ। ਕੁਝ ਥਾਵਾਂ ਇਹਨਾਂ ਦੀਆਂ ਚੰਗੀਆਂ ਮੰਨੀਆਂ ਜਾਂਦੀਆਂ ਜਿੱਥੇ ਲੋਕ ਰਹਿਣਾ ਪਸੰਦ ਕਰਦੇ ਆ। ਸਰਕਾਰ ਇਹ ਚਾਹੁੰਦੀ ਆ ਕਿ ਲੋਕ ਦੂਜੀਆਂ ਥਾਵਾਂ ਦੇ ਉੱਤੇ ਜਾਣ, ਜਿੱਥੇ ਕੈਨੇਡਾ ਦੇ ਵਿੱਚ ਵਸੋਂ ਘੱਟ ਆ ਉੱਥੇ ਵਸੋਂ ਜ਼ਿਆਦਾ ਹੋਵੇ। ਉਹ ਕਰਨ ਦੇ ਲਈ ਜਿਹੜੇ ਨਵੇਂ ਬੰਦੇ ਆਉਂਦੇ ਆ ਜਾਂ ਸਟੂਡੈਂਟਸ ਆਉਂਦੇ ਆ, ਉਹਨਾਂ ਨੂੰ ਉੱਥੇ ਸਹੂਲਤਾਂ ਜ਼ਿਆਦਾ ਦਿੱਤੀਆਂ ਜਾਂਦੀਆਂ ਕਿ ਜੇ ਤੁਸੀਂ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਰਹਿੰਦੇ ਆ, ਜਾ ਕੇ ਨੋਵਾ ਸਕੋਸ਼ੀਆ ਦੇ ਵਿੱਚ ਰਹਿੰਦੇ ਆ, ਤਾਂ ਤੁਹਾਨੂੰ ਉੱਥੇ PR ਸੌਖੀ ਮਿਲਦੀ ਆ। ਪਰ ਹੁੰਦਾ ਕੀ ਆ, ਹੁਣ ਵਰਤਾਰਾ ਕੀ ਸਾਹਮਣੇ ਆ ਰਿਹਾ ਕਿ ਲੋਕ ਉੱਥੇ ਚਲੇ ਜਾਂਦੇ ਆ, PR ਲੈ ਲੈਂਦੇ ਆ, ਤੇ ਜਿੱਦਣ ਹੀ PR ਮਿਲ ਜਾਂਦੀ ਆ ਉਦੋਂ ਹੀ ਉਹ ਪ੍ਰੋਵਿੰਸ ਛੱਡ ਕੇ ਵਾਪਸ ਆ ਜਾਂਦੇ ਆ, ਜਾਂ ਜਿੱਥੇ ਉਹ ਜਾਣਾ ਚਾਹੁੰਦੇ ਉੱਥੇ ਚਲੇ ਜਾਂਦੇ। ਜਿਹੜੀ ਉਹਨਾਂ ਦੀ ਰਿਟੈਂਸ਼ਨ ਆ ਉਹ ਬਹੁਤ ਘੱਟ ਆ, ਔਰ ਕੁਝ % ਹੀ ਰਹਿ ਜਾਂਦੀ ਆ। ਇਸ ਮਾਮਲੇ ਦੇ ਵਿੱਚ ਹੁਣ ਜਿਹੜੀ ਸਟੱਡੀ ਸਾਹਮਣੇ ਆਈ ਸੀ, ਉਹਦੇ ਵਿੱਚ ਸਾਰੇ ਸਿਟੀਜ਼ ਨੂੰ ਸਟੱਡੀ ਕੀਤਾ ਗਿਆ, ਪ੍ਰੋਵਿੰਸ ਨੂੰ, ਇਮੀਗ੍ਰੈਂਟਸ ਨੂੰ, ਕਿ ਕਿੱਥੇ ਲੋਕ ਜ਼ਿਆਦਾ ਰਹਿੰਦੇ ਆ। ਜਿਹੜਾ 2020 ਦੇ ਵਿੱਚ ਇਹ ਅੰਕੜੇ ਡਾਟਾਬੇਸ ਉਸ ਵੇਲੇ ਬਣਾਇਆ ਗਿਆ ਸੀ, ਹੁਣ ਜਿਹੜਾ ਪਿਛਲੇ 2 ਸਾਲਾਂ ਦਾ ਫੇਰ ਬਣਾਇਆ ਗਿਆ, ਔਰ ਇਹ ਲਗਾਤਾਰ 2014 ਤੋਂ ਲੈ ਕੇ ਇਹਨੂੰ ਦੇਖਿਆ ਜਾ ਰਿਹਾ। ਔਰ 2014 ਤੋਂ ਸਟੱਡੀ ਦੱਸਦੀ ਆ ਕਿ ਵੈਨਕੂਵਰ, ਟੋਰਾਂਟੋ ਤੇ ਐਡਮਿੰਟਨ, ਇਹਨਾਂ 3 ਥਾਵਾਂ ਦੇ ਉੱਤੇ ਜਿਹੜੇ ਇਮੀਗ੍ਰੈਂਟਸ ਨੇ ਉਹ ਜ਼ਿਆਦਾ ਰਹਿੰਦੇ। ਵੈਨਕੂਵਰ ਜਿਹੜੇ 2014 ਦੇ ਵਿੱਚ ਮੂਵ ਹੋਏ ਸੀਗੇ, ਵੈਨਕੂਵਰ ਦਾ ਹਾਈਐਸਟ ਰਿਟੈਂਸ਼ਨ ਰੇਟ ਸੀ। ਮਤਲਬ ਜਿਹੜਾ ਬੰਦਾ ਵੈਨਕੂਵਰ 'ਚ ਆ ਗਿਆ ਉੱਥੇ ਹੀ ਰਹਿੰਦਾ, ਫਿਰ 86% ਸੀ, ਸਿਰਫ 14% ਇੱਧਰ ਉੱਧਰ ਜਾਂਦੇ ਆ। ਤੇ ਦੂਜੇ ਪਾਸੇ ਜਿਹੜੇ ਮਤਲਬ 86% ਨੇ, ਉਹ 100 ਦੇ ਵਿੱਚ ਜੇਕਰ ਲੋਕ ਆਏ ਸੀ, ਅਜੇ ਵੀ ਵੈਨਕੂਵਰ ਦੇ ਵਿੱਚ ਹੀ ਰਹਿੰਦੇ। ਇਸੇ ਤਰ੍ਹਾਂ ਟੋਰਾਂਟੋ ਦੇ ਵਿੱਚ ਵੀ ਇਹ 86% ਸੀ ਕਿ ਲੋਕ ਉੱਥੇ ਹੀ ਰਹਿ ਰਹੇ ਆ। ਐਡਮਿੰਟਨ ਦੇ ਵਿੱਚ
85% ਦੱਸਿਆ ਜਾ ਰਿਹਾ ਕਿ ਜਿਹੜਾ ਬੰਦਾ ਐਡਮਿੰਟਨ ਦੇ ਵਿੱਚ ਆ ਗਿਆ ਫਿਰ ਉਹਦੇ 85% 100 ਜਿੰਨੇ ਜੇ 100 ਐਡਮਿੰਟਨ ਦੇ ਵਿੱਚ ਸਭ ਤੋਂ ਪਹਿਲਾਂ ਆਇਆ ਤੇ ਉਹ 100 ਦੇ ਵਿੱਚੋਂ 85 ਐਡਮਿੰਟਨ ਦੇ ਵਿੱਚ ਹੀ ਰਹਿ ਜਾਂਦੇ, ਕਿਸੇ ਹੋਰ ਸੂਬੇ ਦੇ ਵਿੱਚ ਮੂਵ ਨਹੀਂ ਕਰਦੇ। ਹੁਣ ਇਹਦੇ ਵਿੱਚ ਬਹੁਤ ਸਾਰੀਆਂ ਕੈਟਾਗਰੀਜ਼ ਹੁੰਦੀਆਂ। ਜਿਹੜੇ ਫੈਮਿਲੀ ਸਪੌਂਸਰਡ ਇਮੀਗ੍ਰੈਂਟਸ ਨੇ ਉਹ ਆਮ ਤੌਰ ਦੇ ਉੱਤੇ ਜਿੱਥੇ ਉਹ ਆਏ ਹੁੰਦੇ ਆ ਉੱਥੇ ਹੀ ਰਹਿ ਜਾਂਦੇ ਆ, ਉਹ ਮੂਵ ਬਹੁਤ ਘੱਟ ਕਰਦੇ ਆ। ਜਿਹੜੇ ਕੈਨੇਡੀਅਨ ਇਮੀਗ੍ਰੈਂਟਸ ਨੇ ਵੱਖ-ਵੱਖ ਕਲਾਸਾਂ ਦੇ ਵਿੱਚ ਆਉਂਦੇ ਆ। ਇਕਨੋਮਿਕ ਕਲਾਸ ਇਮੀਗ੍ਰੈਂਟਸ ਵੀ ਹੁੰਦੇ ਆ ਜਿਹੜੇ ਅਪਲਾਈ ਕਰਦੇ ਆ ਉਹਨਾਂ ਦੀ ਪ੍ਰੋਫੈਸ਼ਨਲ ਐਕਸਪੀਰੀਅੰਸ ਦੇ ਬੇਸ ਦੇ ਉੱਤੇ। ਦੂਜੇ ਰਿਫਿਊਜੀ ਹੁੰਦੇ ਆ ਜਿਹੜੇ ਸਿਕਿਉਰਿਟੀ ਜਾਂ ਹਿਊਮਨਿਟੇਰੀਅਨ ਗਰਾਊਂਡ ਦੇ ਉੱਤੇ ਅਪਲਾਈ ਕਰਦੇ ਆ। ਤੀਜੇ ਜਿਹੜੇ ਫੈਮਿਲੀ ਕਲਾਸ ਹੁੰਦੇ ਆ ਜਿਹਨਾਂ ਨੂੰ ਕੈਨੇਡੀਅਨ ਇੱਥੇ ਉਹਨਾਂ ਦੇ ਮਤਲਬ ਲੋਕ ਸਪਾਊਸ ਜਿਹੜੇ ਆ ਉਹ ਸਪੌਂਸਰ ਕਰਦੇ ਆ ਤੇ ਉਹ ਉੱਥੇ ਆਉਂਦੇ ਆ। ਓਵਰਆਲ ਜਿਹੜੇ ਬਹੁਤੇ ਇਮੀਗ੍ਰੈਂਟਸ ਨੇ ਉਸੇ ਪ੍ਰੋਵਿੰਸ਼ੀਅਲ ਟੈਰੀਟਰੀ ਦੇ ਵਿੱਚ ਰਹਿ ਜਾਂਦੇ ਆ ਜਿੱਥੇ ਉਹ ਆਏ ਹੁੰਦੇ ਆ। ਪਰ ਕਈ ਵਾਰੀ ਜਿਹੜਾ ਵੱਖਰਾ ਵਰਤਾਰਾ ਦੇਖਣ ਨੂੰ ਆਉਂਦਾ ਕਿ ਇਹ ਲੋਕ ਮੂਵ ਕਰ ਜਾਂਦੇ ਆ ਦੂਜੀਆਂ ਥਾਵਾਂ ਦੇ ਉੱਤੇ। ਸਟੈਟਿਸਟਿਕਸ ਕੈਨੇਡਾ ਦੇ ਜੇਕਰ ਅੰਕੜੇ ਦੇਖੇ ਜਾਣ ਤਾਂ ਪ੍ਰਿੰਸ ਐਡਵਰਡ ਆਈਲੈਂਡ ਦੇ ਉੱਤੇ ਜਿਹੜੇ ਇਮੀਗ੍ਰੈਂਟਸ ਆਉਂਦੇ ਆ ਉੱਥੇ ਉਹਨਾਂ ਦੇ ਜਿਹੜੇ ਰਹਿਣ ਦਾ ਫਰਕ ਪਿਆ ਪਰ ਹਜੇ ਵੀ ਘੱਟ ਆ। ਉੱਥੇ ਉਲਟਾ ਆ, ਜਿਹੜਾ ਬੰਦਾ ਵੀ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਆਉਂਦਾ ਆ ਉਹਦੇ ਜੇ 100 ਆਉਂਦਾ ਤਾਂ 100 ਦੇ ਵਿੱਚੋਂ 5 ਸਾਲਾਂ ਦੇ ਵਿੱਚ 75 ਉਸ ਪ੍ਰਿੰਸ ਨੂੰ ਛੱਡ ਕੇ ਬਾਹਰ ਚਲੇ ਜਾਂਦੇ ਆ। ਸੋ 5 ਸਾਲਾਂ ਦਾ ਜਿਹੜਾ ਰਿਟੈਂਸ਼ਨ ਰੇਟ ਆ ਉਹਦੇ ਉੱਤੇ ਜਦੋਂ ਤੁਸੀਂ ਦੇਖਦੇ ਆ ਕਿ ਉੱਥੇ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਹੋਇਆ ਤਾਂ ਸੁਧਾਰ ਆ ਪਰ ਅਜੇ ਵੀ ਘੱਟ ਆ। ਹੁਣ ਅੱਜ ਤੋਂ 12 ਸਾਲ ਪਹਿਲਾਂ ਜਿਹੜੇ ਲੋਕ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਇਮੀਗ੍ਰੈਂਟਸ ਪਹੁੰਚੇ ਸੀ ਉਹਦੇ ਤੋਂ ਬਾਅਦ ਪਿਛਲੇ 7 ਸਾਲਾਂ ਦੇ ਵਿੱਚ ਜਦੋਂ ਉਹਨਾਂ ਨੂੰ ਦੇਖਿਆ ਤਾਂ ਸਿਰਫ 15% ਉੱਥੇ ਰਹਿ ਗਏ, ਬਾਕੀ ਉੱਥੋਂ ਚਲੇ ਗਏ। ਹੁਣ ਉਹ 15% ਰਹਿ ਗਏ ਤੇ ਜੇ ਉਹ ਤੋਂ ਅਗਲੇ 5 ਸਾਲ ਬਾਅਦ ਦੇਖਿਆ ਤਾਂ ਉਹ 15 ਤੋਂ 28% ਹੋ ਗਿਆ, ਰਿਟੈਂਸ਼ਨ ਰੇਟ ਮਤਲਬ ਵੱਧ ਗਿਆ। ਪਹਿਲਾਂ ਪ੍ਰਿੰਸ ਐਡਵਰਡ ਆਈਲੈਂਡ ਕੈਨੇਡਾ ਦੇ ਸੂਬੇ ਦੇ ਵਿੱਚ ਠੰਡ ਬਹੁਤ ਪੈਂਦੀ ਆ, ਉੱਥੇ ਜਿਹੜੇ ਲੋਕ ਆਉਂਦੇ ਸੀ ਉਹ 100 ਆਉਂਦਾ ਸੀ ਤੇ 100 ਦੇ ਵਿੱਚੋਂ 15 ਉੱਥੇ ਰਹਿ ਜਾਂਦੇ ਸੀ ਤੇ ਜਿਹੜੇ 85 ਸੀਗੇ ਉਹ ਦੂਜੇ ਸੂਬਿਆਂ ਦੇ ਵਿੱਚ ਚਲੇ ਜਾਂਦੇ ਸੀ। ਕੋਈ BC ਆ ਜਾਂਦਾ ਸੀ, ਕੋਈ ਉਧਰ ontario ਚਲੇ ਜਾਂਦਾ ਸੀ। ਹੁਣ 100 ਦੇ ਵਿੱਚੋਂ 28 ਉੱਥੇ ਰਹਿਣ ਲੱਗ ਪਏ ਆ ਤੇ ਬਾਕੀ ਜਿਹੜੇ ਉਧਰ ਮੂਵ ਹੋ ਜਾਂਦੇ। ਸਰਕਾਰ ਇਹ ਚਾਹੁੰਦੀ ਹੈ ਕਿ ਸਾਰੇ ਉੱਥੇ ਰਹਿਣ। ਜਿਹੜੀ ਨਿਊ ਫਾਊਂਡਲੈਂਡ ਤੇ ਲੈਬਰਾਡੋਰ ਆ ਉਹਦੇ ਵਿੱਚ ਵੀ ਹਾਲਤ ਬਹੁਤੀ ਚੰਗੀ ਨਹੀਂ ਆ। ਜਿਹੜੀ ਐਟਲਾਂਟਿਕ ਕੈਨੇਡਾ ਇੱਥੇ 40-50% ਦੇ ਕਰੀਬ ਹੀ ਲੋਕ ਰਹੇ ਆ, ਜਦ ਕਿ ਦੂਜੇ ਹਿੱਸਿਆਂ ਦੇ ਵਿੱਚ ਜਿੱਦਾਂ ਸਸਕਾਚਵਨ ਆ ਉੱਥੇ 62% ਰਿਟੈਂਸ਼ਨ ਆ। ontario ਦੀ 92% ਇਸ ਵੇਲੇ ਰਿਟੈਂਸ਼ਨ ਆ ਕਿ ਜਿਹੜਾ ਬੰਦਾ ontario ਦੇ ਵਿੱਚ ਆ ਗਿਆ ਉਹ ਰਹੂਗਾ ਉੱਥੇ। 8% ਹੀ ਆ ਜਿਹੜੇ ਬਾਹਰ ਮੂਵ ਹੁੰਦੇ ਕਿਸੇ ਕਾਰਨ ਕਰਕੇ। ਸਸਕੈਚਵਨ 'ਚ 62% ਰਹਿ ਜਾਂਦੇ ਆ। ਇਹ ਜਿਹੜੇ ਐਟਲਾਂਟਿਕ ਕੈਨੇਡਾ ਦੇ ਸੂਬੇ ਆ ਨਾ ਸਾਰਿਆਂ ਦੇ ਵਿੱਚ 40 ਤੋਂ 50% ਦੇ ਨੇੜੇ ਤੇੜੇ ਦਰ ਜਿਹੜੀ ਦੱਸੀ ਜਾ ਰਹੀ ਆ। ਪਰ ਸਰਕਾਰ ਯਤਨ ਕਰਦੀ ਆ ਕਿ ਲੋਕ ਉੱਥੇ ਹੀ ਰਹਿਣ। ਹੁਣ ਜੇ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਆ ਇੱਕ ਜਿਹਦੇ ਵਿੱਚ ਲੋਕ ਅਪਲਾਈ ਕਰਦੇ ਆ ਕਿ ਇਸ ਸੂਬੇ ਦੇ ਵਿੱਚ ਇੰਨੇ ਬੰਦੇ ਹੋਰ ਚਾਹੀਦੇ ਆ ਤੇ ਤੁਸੀਂ ਉੱਥੇ ਚਲੇ ਜਾਓ। ਉਹਦੇ ਵਿੱਚ ਹੌਲੀ ਹੌਲੀ ਤਬਦੀਲੀਆਂ ਆਉਂਦੀਆਂ ਰਹਿੰਦੀਆਂ। ਜਿਹੜਾ ਐਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਸੀਗਾ ਉਹ ਹੁਣ ਐਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਬਣ ਗਿਆ। ਪਰ ਉਸ ਸੂਬੇ ਦੇ ਵਿੱਚ ਜਿਹੜਾ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਵੀਂ ਇਮੀਗ੍ਰੈਂਟਸ ਨੂੰ ਉੱਥੇ ਰੱਖਿਆ ਜਾਵੇ। ਜਿਹੜਾ ਇਹ ਐਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਆ ਇਹ ਇਸ ਗੱਲ ਦੇ ਉੱਤੇ ਬੇਸਡ ਹੁੰਦਾ ਕਿ ਇਸ ਥਾਂ ਦੇ ਉੱਤੇ ਸੂਬਿਆਂ ਨੂੰ ਕਾਮੇ ਕਿੰਨੇ ਚਾਹੀਦੇ ਆ। ਤੇ ਪਹਿਲਾਂ ਉਹ ਸੀਗਾ ਕਿ ਉੱਥੇ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਨੂੰ ਅਟਰੈਕਟ ਕੀਤਾ ਜਾਂਦਾ ਸੀ। ਸੋ ਮਾਮਲਾ ਇਹ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਉੱਥੇ ਰਿਟੈਂਸ਼ਨ ਜ਼ਿਆਦਾ ਹੋਵੇ। ਸਟੈਟਿਸਟਿਕ ਦੇ ਅੰਕੜੇ ਜਿਹੜੇ ਦੱਸਦੇ ਆ ਕਿ ਇਹ ਰਿਟੈਂਸ਼ਨ ਰੇਟ ਹੌਲੀ ਹੌਲੀ ਵੱਧ ਰਿਹਾ ਆ ਪਰ ਅਜੇ ਵੀ ਉਹਨਾਂ ਨਹੀਂ ਹੈ। ਬੜੀ ਸਿੰਪਲ ਜਿਹਾ ਫਾਰਮੂਲਾ ਹੈ ਕਿ ਇਹਨਾਂ ਥਾਵਾਂ ਦੇ ਉੱਤੇ ਜਿਹੜੇ ਲੋਕਾਂ ਨੂੰ ਰਹਿਣਾ ਥੋੜ੍ਹਾ ਜਿਹਾ ਸੌਖਾ ਹੈ ਪਰ ਮੌਸਮ ਖਾਸ ਵੱਡਾ ਦਿੱਕਤ ਬਣਦੀ ਹੈ ਇੱਥੇ। ਦੂਜਾ ਨੌਕਰੀਆਂ ਦੀ ਘਾਟ, ਜੋਬ ਸਿਕਿਉਰਿਟੀ, ਘੱਟ ਵੇਜਸ, ਮਹਿੰਗਾਈ, ਜਿੱਦਾਂ ਜਿਹੜੇ ਘਰਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ, ਫਿਰ ਲੋਕ ਇੱਕ ਦੂਜੇ ਤੋਂ ਦੂਜੀ ਥਾਂ ਦੇ ਉੱਤੇ ਮੂਵ ਹੁੰਦੇ ਰਹਿੰਦੇ ਤੇ ਜ਼ਿਆਦਾ ਮੂਵ ਕਰਦੇ ਰਹਿੰਦੇ ਆ। ਜਦੋਂ ਬੰਦੇ ਉੱਥੇ ਕੰਮ ਕਰਦੇ ਆ 2 ਸਾਲਾਂ ਦੇ ਵਿੱਚ PR ਮਿਲ ਜਾਂਦੀ ਹੈ, ਇਮੀਗ੍ਰੇਸ਼ਨ ਸੌਖੀ ਹੋ ਜਾਂਦੀ ਹੈ। ਜਦੋਂ ਇੱਕ ਵਾਰੀ ਲੋਕ ਪੱਕੇ ਹੋ ਜਾਂਦੇ ਆ ਤਾਂ ਉਹਦੇ ਤੋਂ ਬਾਅਦ ਲੋਕ ਇੱਥੋਂ ਨਿਕਲ ਆਉਂਦੇ ਆ। ਇੰਟਰਨੈਸ਼ਨਲ ਸਟੂਡੈਂਟ ਵੀ ਜਿਹੜੇ ਬਹੁਤ ਸਾਰੇ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ PR ਲੈਣ ਦੇ ਲਈ ਜਾਂਦੇ ਆ। ਉੱਥੇ PR ਲੈਣੀ ਬਾਕੀ ਸੂਬਿਆਂ ਦੇ ਨਾਲੋਂ ਸੌਖੀ ਆ। ਇਸੇ ਕਰਕੇ ਕਿਉਂਕਿ ਜ਼ਿਆਦਾ ਲੋਕ ਉੱਥੇ ਜਾਣ ਲੱਗ ਪਏ, ਉਹਦੇ ਵਿੱਚ ਸੁਧਾਰ ਤਾਂ ਹੋ ਰਿਹਾ ਆ ਪਰ ਓਨਾ ਜ਼ਿਆਦਾ ਨਹੀਂ ਜਿੰਨਾ ਜ਼ਿਆਦਾ ਆਸ ਕੀਤੀ ਜਾ ਰਹੀ ਹੈ। ਸਵਾਲ ਇੱਕ ਬਹੁਤ ਵੱਡਾ ਹੈ ਕਿ ਕੀ ਮਹਿੰਗਾਈ ਅਗਲੇ ਸਾਲ ਇਸ ਸਾਲ ਦੇ ਵਿੱਚ 2023 ਦੇ ਵਿੱਚ ਘਟੂਗੀ? ਹੁਣ ਮਹਿੰਗਾਈ ਕਿਉਂ ਵੱਧ ਰਹੀ ਹੈ ਜਾਂ ਇਹਨੂੰ ਕਾਬੂ ਕਿਉਂ ਨਹੀਂ ਹੋ ਰਹੀ? ਕੁਛ ਲੋਕ ਕਹਿੰਦੇ ਵੀ ਅਸਲ ਦੇ ਵਿੱਚ ਇਹਦੇ ਵਿੱਚ ਬੈਂਕ ਆਫ ਕੈਨੇਡਾ ਦਾ ਕਸੂਰ ਆ। ਵੀ ਜਿਹੜੇ ਗਵਰਨਰ ਨੇ ਟਿਮ ਮਕੱਲਮ ਉਹ ਬਿਨਾਂ ਗੱਲ ਤੋਂ ਵਿਆਜ ਦਰਾਂ ਵਧਾਈ ਜਾ ਰਹੇ ਆ ਤੇ ਰਿਸੈਸ਼ਨ ਲਿਆ ਇਹਨਾਂ ਨੇ ਤੇ ਇੱਕ ਦਿਨ ਰਿਸੈਸ਼ਨ ਆ ਜਾਣਾ। ਮਹਿੰਗਾਈ ਘਟਣੀ ਕਿ ਨਹੀਂ ਘਟਣੀ ਇਹਦਾ ਪਤਾ ਨਹੀਂ, ਪਰ ਲੋਕਾਂ ਦੀ ਬੱਸ ਜ਼ਰੂਰ ਹੋ ਗਈ ਆ, ਰਿਸੈਸ਼ਨ ਜ਼ਰੂਰ ਆ ਜਾਣਾ ਜਿੰਨੀ ਜ਼ਿਆਦਾ ਇਹਨਾਂ ਨੇ ਇਹ ਵਧਾਈ ਆ, ਜਿਹੜੀ ਇੰਟਰਸਟ ਰੇਟ ਵਧਾਏ ਆ।
ਕੰਜ਼ਰਵੇਟਿਵ ਲੀਡਰ ਨੇ ਪੀਅਰ ਪੋਲੀਏਵ, ਉਹ ਪਹਿਲਾਂ ਵੀ ਆਲੋਚਨਾ ਕਰਦੇ ਆਏ ਆ ਇਹਨਾਂ ਦੀ ਤੇ ਬੈਂਕ ਆਫ ਜਿਹੜੀ ਕੈਨੇਡਾ ਆ ਇਹਨਾਂ ਦੇ ਗਵਰਨਰ ਦੀ, ਤੇ ਹੁਣ ਵੀ ਉਹਨਾਂ ਨੇ ਕੀਤੀ। ਇੱਕ ਵਾਰੀ ਫਿਰ ਉਹਨਾਂ ਨੇ ਠੋਕ ਕੇ ਕਿਹਾ ਵੀ ਜਦੋਂ ਮੈਂ ਪ੍ਰਧਾਨ ਮੰਤਰੀ ਬਣ ਗਿਆ, ਕੈਨੇਡਾ ਦਾ ਪ੍ਰਾਈਮ ਮਿਨਿਸਟਰ ਬਣ ਗਿਆ, ਤੇ ਮੈਂ ਇੱਦਾਂ ਦੇ ਬੰਦੇ ਨੂੰ ਇਹਦਾ ਗਵਰਨਰ ਲਾਉਣਾ ਆ ਜਿਹੜਾ ਮਹਿੰਗਾਈ ਆ ਉਹਨੂੰ 2% ਦੇ ਨੇੜੇ ਤੇੜੇ ਰੱਖੇ। ਉਧਰ ਫੈਡਰਲ ਰਿਜ਼ਰਵ ਅਮਰੀਕਾ ਦੇ ਵਿੱਚ ਵੀ ਇਹੀ ਚਾਹੁੰਦਾ ਕਿ 2% ਦੇ ਨੇੜੇ ਤੇੜੇ ਰਵੇ। ਸਰਕਾਰਾਂ ਦਾ ਕੋਸ਼ਿਸ਼ ਇੱਥੇ ਇਹੀ ਹੁੰਦੀ ਆ, ਪਰ 10% ਤੱਕ ਚਲੀ ਜਾਣੀ ਆ। ਇੰਨੀ 40 ਸਾਲਾਂ ਦੇ ਵਿੱਚ ਕਦੇ ਮਹਿੰਗਾਈ ਨਹੀਂ ਹੋਈ। ਆ ਪਿਛਲੇ ਵੀਕਐਂਡ ਹੀ ਉਹਨਾਂ ਨੇ ਇਹ ਟਿੱਪਣੀ ਕੀਤੀ ਹੈ ਪੀਅਰ ਪੋਲੀਏਵ ਨੇ, ਸ਼ੁੱਕਰਵਾਰ ਨੂੰ, ਕਿ ਉਹ ਕਹਿੰਦੇ ਮੈਂ ਮਤਲਬ ਆਪਣੀ ਗੱਲਬਾਤ ਦੇ ਉੱਤੇ, ਜੇ ਉਹ ਲੀਡਰਸ਼ਿਪ ਦੌੜ ਜਦੋਂ ਹੋਈ ਸੀ ਇਹਨਾਂ ਦੀ, ਜਦੋਂ ਇਹਨਾਂ ਨੇ ਕੰਜ਼ਰਵੇਟਿਵ ਪਾਰਟੀ, 3 ਪਾਰਟੀਆਂ ਨੇ ਕੈਨੇਡਾ ਦੇ ਵਿੱਚ, ਲਿਬਰਲ, ਕੰਜ਼ਰਵੇਟਿਵ ਤੇ ਐਨਡੀਪੀ ਦੀਆਂ ਵੋਟਾਂ ਘੱਟ ਹੁੰਦੀਆਂ, ਚਾਂਸਸ ਦੋਵਾਂ ਦੇ ਹੁੰਦੇ ਆ, ਜਾਂ ਕੰਜ਼ਰਵੇਟਿਵ ਦਾ ਪ੍ਰਧਾਨ ਮੰਤਰੀ ਬਣਦਾ ਤੇ ਜਾਂ ਇਹਨਾਂ ਦਾ ਲਿਬਰਲ ਦਾ ਬਣਦਾ। ਇਸ ਵੇਲੇ ਲਿਬਰਲ ਪਾਰਟੀ ਦੇ ਟਰੂਡੋ ਨੇ, ਤੇ ਉਹਨਾਂ ਦੇ ਮੁਕਾਬਲੇ 'ਚ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਇਸ ਵੇਲੇ ਕੰਜ਼ਰਵੇਟਿਵ ਪਾਰਟੀ ਦੇ ਪੀਅਰ ਪੋਲੀਏਵ, ਉਹਨਾਂ ਨੇ ਜਦੋਂ ਲੀਡਰਸ਼ਿਪ ਦੌੜ ਹੋਈ ਸੀ ਕੰਜ਼ਰਵੇਟਿਵ ਦੇ ਵਿੱਚ, ਤੇ ਉਹਨਾਂ ਨੇ ਉਸ ਵੇਲੇ ਵੀ ਆਪਣੀ ਗੱਲਬਾਤ ਕਹੀ ਸੀ ਵੀ ਜੇ ਮੈਂ ਪ੍ਰਧਾਨ ਮੰਤਰੀ ਬਣ ਗਿਆ ਤਾਂ ਮੈਂ ਪਹਿਲਾਂ ਇਹਨਾਂ ਨੂੰ ਫਾਇਰ ਕਰ ਦੇਣਾ, ਟਿਫ ਮਕੱਲਮ ਨੂੰ, ਗਵਰਨਰ ਟਿਫ ਮਕੱਲਮ ਨੂੰ, ਕਿ ਪਹਿਲਾਂ ਇਹਨਾਂ ਨੂੰ। ਹੁਣ ਫਿਰ ਉਹਨਾਂ ਨੇ ਲਗਭਗ ਉਸੇ ਗੱਲ ਦੇ ਉੱਤੇ ਹੀ ਰਹੇ ਆ। ਗੱਲ ਹੁਣ ਉਹਨਾਂ ਨੇ ਇਹ ਕਹੀ ਵੀ ਮੈਂ ਇਹੋ ਜਿਹੇ ਬੰਦੇ ਨੂੰ ਲੈ ਕੇ ਆਊਂਗਾ ਜਿਹਨੂੰ ਘੱਟੋ ਘੱਟ ਸੈਂਟਰਲ ਬੈਂਕਿੰਗ ਸਿਸਟਮ ਦਾ ਤਜਰਬਾ ਹੋਵੇ, ਕਿ ਉਹਦਾ ਮਕਸਦ ਇਹ ਹੋਵੇ ਕਿ ਮੈਂ ਮਹਿੰਗਾਈ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ 2% ਦੇ ਉੱਤੇ ਰੱਖਣਾ। ਹੁਣ ਇਹ ਗੱਲ ਆਪਣੇ ਆਪ ਦੇ ਵਿੱਚ ਰੌਲੇ ਗੋਲੇ 'ਚ ਆ ਕਿ ਕੀ ਇਹ ਜਿਹੜੀ ਬੈਂਕ ਆਫ ਕੈਨੇਡਾ ਹੈ ਸਰਕਾਰ ਦੇ ਹਿਸਾਬ ਨਾਲ ਚੱਲਦੀ ਆ, ਜਾਂ ਉਹ ਇੱਕ ਆਟੋਨੋਮਸ ਬੋਡੀ ਆ, ਉਹਦੇ ਆਪਣੇ ਫੈਸਲੇ ਹੁੰਦੇ ਆ, ਜਾਂ ਕੀ ਜੇ ਇਸ ਵੇਲੇ ਵਿਆਜ ਦਰਾਂ ਵਧਾ ਰਹੀਆਂ ਤਾਂ ਕੀ ਇਹਨੂੰ ਲਿਬਰਲ ਪਾਰਟੀ ਜਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹਨਾਂ ਨੂੰ ਕਹਿ ਰਹੇ ਆ ਬੈਂਕ ਆਫ ਕੈਨੇਡਾ ਦੇ ਗਵਰਨਰ ਨੂੰ ਕਿ ਤੁਸੀਂ ਇੰਨੀ ਵਿਆਜ ਦਰ ਕਰ ਦਿਓ, ਜਾਂ ਉਹਨਾਂ ਮਾਹਰਾਂ ਦੇ ਜਾਂ ਉਹਨਾਂ ਬੈਂਕ ਵਾਲਿਆਂ ਦੇ ਆਪਣੇ ਫੈਸਲੇ ਹੁੰਦੇ ਆ। ਇਹ ਗੱਲਬਾਤ ਭਾਵੇਂ ਹੈਗੀ, ਪਰ ਇਹ ਹੁੰਦਾ ਕਿ ਨਹੀਂ ਹੁੰਦਾ ਪਤਾ ਨਹੀਂ। ਪਰ ਕੰਜ਼ਰਵੇਟਿਵ ਆਗੂ ਪੀਅਰ ਪੋਲੀਏਵ ਨੇ ਸਾਫ਼ ਤੌਰ ਦੇ ਉੱਤੇ ਕਹਿ ਦਿੱਤਾ ਕਿ ਜਦੋਂ ਮੈਂ ਆ ਗਿਆ, ਮੈਂ ਇਹਨਾਂ ਨੂੰ ਹਟਾ ਕੇ ਇਹੋ ਜਿਹਾ ਬੰਦਾ ਲੈ ਕੇ ਆਉਣਾ ਜਿਹੜਾ ਮਹਿੰਗਾਈ ਨੂੰ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਰੋਕ ਸਕੇ। 2020 ਦੇ ਵਿੱਚ ਟਿਫ ਮਕੱਲਮ ਆਏ ਸੀ ਔਰ 7 ਸਾਲਾਂ ਦੇ ਕਾਰਜਕਾਲ ਲਈ ਚੁਣੇ ਗਏ ਸੀ ਬੈਂਕ ਆਫ ਇਹਦੇ ਬੈਂਕ ਦੇ ਗਵਰਨਰ, ਤੇ ਉਦੋਂ ਤੋਂ ਪੀਅਰ ਪੋਲੀਏਵ ਇਹਨਾਂ ਨੂੰ ਟਾਰਗੇਟ ਕਰਦੇ ਆ ਰਹੇ ਆ। ਪਹਿਲਾਂ ਵੀ ਇਹਨਾਂ ਨੇ ਆਲੋਚਨਾ ਕੀਤੀ ਸੀ ਕਿ ਜੇ ਮੈਂ ਪ੍ਰਾਈਮ ਮਿਨਿਸਟਰ ਬਣ ਗਿਆ ਤਾਂ ਮੈਂ ਆਹ ਕਰ ਦੇਣਾ। ਦੂਜੇ ਪਾਸੇ ਕਿਉਂਕਿ ਹੁਣ ਪਿਛਲੇ ਸਾਲਾਂ ਦੇ ਵਿੱਚ ਮਹਿੰਗਾਈ ਆਪਣੇ ਆਪ ਦੇ ਵਿੱਚ ਰਿਕਾਰਡ ਪੱਧਰ ਦੇ ਉੱਤੇ ਚਲੇ ਗਈ ਹੈ, ਖਾਣ ਪੀਣ ਦੀਆਂ ਚੀਜ਼ਾਂ ਤੇ ਹੋਰ ਸਾਰੀਆਂ ਚੀਜ਼ਾਂ ਇੱਥੇ ਤੱਕ ਪਹੁੰਚ ਗਈਆਂ ਕਿ ਜਿਹੜੇ ਲੋਕਾਂ ਦੀ ਵੱਸੋਂ ਬਾਹਰੇ ਹੋ ਗਿਆ ਸਾਰਾ ਕੁਝ। ਹੁਣ ਇਸ ਗੱਲ ਕਰਕੇ ਪੀਅਰ ਪੋਲੀਏਵ ਦਾ ਇਹ ਬਿਆਨ ਸਿਰਫ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਆ, ਕਿਉਂਕਿ ਇਸ ਵੇਲੇ ਲੋਕ ਅੱਕੇ ਆ ਮਹਿੰਗਾਈ 'ਚੋਂ, ਤੇ ਲੋਕਾਂ ਨੂੰ ਇਹ ਲੱਗਦਾ ਵੀ ਇਹ ਜਿਹੜਾ ਲੀਡਰ ਆ ਇਹ ਗੱਲ ਸਹੀ ਕਰ ਰਿਹਾ, ਸਾਨੂੰ ਇਹਦੇ ਵੱਲ ਹੋਣਾ ਚਾਹੀਦਾ, ਜਾਂ ਸੱਚਮੁੱਚ ਉਹ ਇੱਦਾਂ ਕਰ ਸਕਦੇ ਆ ਕਿ ਗਵਰਨਰ ਨੂੰ ਹਟਾ ਕੇ ਕਿਸੇ ਹੋਰ ਨੂੰ ਲਾ ਸਕਦੇ ਆ। ਇਹ ਬੜਾ ਇੱਕ ਤਕਨੀਕੀ ਜਿਹਾ ਮਾਮਲਾ ਆ। ਤੇ ਦੂਜੇ ਪਾਸੇ ਹਾਲਾਂਕਿ ਲੋਕ ਇੰਨੇ ਇਹਨਾਂ ਪੀਅਰ ਪੋਲੀਏਵ ਦੇ ਹੱਕ ਦੇ ਵਿੱਚ ਆਕਰਸ਼ਿਤ ਹੋ ਨਹੀਂ ਰਹੇ, ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਵੀ ਇਹਨਾਂ ਦੀ ਪੋਪੂਲੈਰਿਟੀ ਆ ਉਸ ਤਰੀਕੇ ਦੇ ਨਾਲ ਵੱਧ ਨਹੀਂ ਰਹੀ, ਸਗੋਂ ਉਹ ਕਿਤੇ ਨਾ ਕਿਤੇ ਥੱਲੇ ਹੀ ਗਈ ਆ। ਤੇ ਦੂਜੇ ਪਾਸੇ ਜਦੋਂ ਜਿਹੜੇ ਸਿਆਸਤਦਾਨ ਨੇ ਜਿੰਨੀਆਂ ਆਲੋਚਨਾਵਾਂ ਕਰ ਰਿਹਾ ਬੈਂਕ ਆਫ ਕੈਨੇਡਾ ਦੇ ਗਵਰਨਰ ਦੀਆਂ, ਉਹ ਕਹਿੰਦੇ ਵੀ ਜਿਹੜੀ ਸਾਡੀ ਇੰਡੀਪੈਂਡੈਂਸ ਆ ਜਾਂ ਸਾਡੀ ਜਿਹੜੀ ਇੱਕ ਆਟੋਨੋਮਸੀ ਆ, ਉਹਨੂੰ ਆਟੋਨਮੀ ਆ ਜਿਹੜੀ ਉਹਨਾਂ ਦੀ, ਉਹਨੂੰ ਖਤਰਾ ਕੋਈ ਨਹੀਂ ਹੈ। ਕਿਉਂਕਿ ਉਹ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਪਿਛਲੇ ਦਿਨਾਂ ਦੇ ਵਿੱਚ, ਉਹ ਕਹਿੰਦੇ ਵੀ ਮੈਨੂੰ ਬੈਂਕ ਦੀ ਸੁਤੰਤਰਤਾ ਨੂੰ ਲੈ ਕੇ ਕੋਈ ਵੀ ਖਤਰਾ ਨਹੀਂ ਹੈ। ਕੋਵਿਡ-19 ਮਹਾਂਮਾਰੀ ਦੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਜੋ ਕੁਛ ਉਹਨਾਂ ਨੇ ਕੀਤਾ ਸੀ, ਸਵਾਲ ਉਹਨਾਂ ਦੇ ਉੱਤੇ ਵੀ ਉੱਠ ਰਿਹਾ ਸੀ ਕਿ ਤੁਸੀਂ ਜੋ ਕੁਛ ਕਰ ਰਹੇ ਆ ਇਹ ਠੀਕ ਆ। ਤੇ ਇਹ ਪਹਿਲੀ ਵਾਰ ਕੈਨੇਡਾ ਦੀ ਹਿਸਟਰੀ ਦੇ ਵਿੱਚ ਹੋਇਆ ਸੀ ਕਿ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਪਿਛਲੇ ਸਾਲ ਵਿਆਜ ਦਰਾਂ ਇੰਨੀਆਂ ਜ਼ਿਆਦਾ ਵਧਾ ਦਿੱਤੀਆਂ ਹੋਣ। ਤੇ ਦੂਜੇ ਪਾਸੇ ਇਹ ਵੀ ਸੀਗਾ ਕਿ 40 ਸਾਲਾਂ ਦੇ ਵਿੱਚ ਇਹ ਵੀ ਪਹਿਲੀ ਵਾਰੀ ਹੋਇਆ ਕਿ ਮਹਿੰਗਾਈ ਇੰਨੀ ਜ਼ਿਆਦਾ ਇੱਥੇ ਤੱਕ ਚਲੀ ਜਾਵੇ। ਹੁਣ ਮਹਿੰਗਾਈ ਆਤ ਰਹੀ ਆ ਥੱਲੇ, ਬਹੁਤ ਥੱਲੇ ਨੂੰ ਹੌਲੀ ਹੌਲੀ ਕਰਕੇ, ਪਰ ਜਿਹੜਾ ਇਹਦਾ ਖਤਰਾ ਦੂਜੇ ਪਾਸੇ, ਕਿਉਂਕਿ ਪੀਅਰ ਪੋਲੀਏਵ ਇਹ ਕਹਿ ਰਿਹਾ ਸਿੱਧਾ ਸਿੱਧਾ ਵੀ ਮੈਂ ਇਹਨਾਂ ਨੂੰ ਉਠਾ ਦੇਣਾ ਜਦੋਂ ਮੈਂ ਪ੍ਰਧਾਨ ਮੰਤਰੀ ਬਣ ਗਿਆ। ਜਿਹੜੇ ਸਰਦਾਰ ਜਗਮੀਤ ਸਿੰਘ ਨੇ ਐਨਡੀਪੀ ਦੇ ਆਗੂ, ਉਹਨਾਂ ਨੇ ਕਿਹਾ ਸੀ ਵੀ ਅਸੀਂ ਸਮਰਥਨ ਤਾਂ ਕਰਦੇ ਹਾਂ ਤੁਹਾਡਾ, ਜਿਹੜੀ ਬੈਂਕ ਆਫ ਕੈਨੇਡਾ ਇੱਕ ਉਹਦੀ ਜਿਹੜੀ ਸੁਤੰਤਰਤਾ ਦਾ ਸਮਰਥਨ ਤਾਂ ਕਰਦੇ ਹਾਂ, ਪਰ ਵਿਆਜ ਦਰ ਵਧਣ ਦੇ ਨਾਲ ਲੋਕਾਂ ਦੇ ਉੱਤੇ ਅਸਰ ਬਹੁਤ ਪੈ ਰਿਹਾ ਆ। ਤੇ ਹੁਣ ਇਹਦੇ ਵਿੱਚੋਂ ਕੀ ਨਿਕਲਦਾ, ਕੀ ਅਗਲੇ ਸਾਲ ਇਸ ਸਾਲ ਦੇ ਵਿੱਚ ਵਿਆਜ ਦਰਾਂ ਵੱਧਦੀਆਂ ਆ ਜਾਂ ਮਹਿੰਗਾਈ ਨੂੰ ਕਾਬੂ ਕਰ ਲਿਆ ਜਾਂਦਾ ਆ, ਗਵਰਨਰ ਦਾ ਬੈਂਕ ਆਫ ਕੈਨੇਡਾ ਦੇ ਵਿੱਚ ਕੀ ਰੋਲ ਹੁੰਦਾ ਆ, ਇਹ ਬਹੁਤ ਵੱਡੇ ਸਵਾਲ ਨੇ ਜਿਨ੍ਹਾਂ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਹੋਰ ਜ਼ਿਆਦਾ ਸਾਡੇ ਲਈ ਸਪਸ਼ਟ ਹੋਣਗੀਆਂ। ਦੋਸਤੋ, ਅਗਲੀ ਜਿਹੜੀ ਇੱਕ ਖਬਰ ਇਸ ਵੇਲੇ ਡਰੱਗਸ ਨੂੰ ਲੈ ਕੇ ਚਰਚਾ ਦੇ ਵਿੱਚ ਆ। ਬ੍ਰਿਟਿਸ਼ ਕੋਲੰਬੀਆ ਕੈਨੇਡਾ ਦਾ ਇਸ ਮਹੀਨੇ ਦੇ ਵਿੱਚ ਪਹਿਲਾ ਸੂਬਾ ਬਣ ਜਾਣਾ ਜਿੱਥੇ ਤੁਸੀਂ
ਖਾਣ ਜੋਗੀ ਫੀਮ ਕੋਲ ਰੱਖ ਸਕਦੇ ਹਾਂ। ਇੱਕ ਪਾਇਲਟ ਪ੍ਰੋਜੈਕਟ ਜਿਹੜਾ 3 ਸਾਲਾਂ ਦੇ ਲਈ ਚਲਾਇਆ ਜਾਣਾ। 31 ਜਨਵਰੀ ਤੋਂ ਕੋਈ ਵੀ ਬੰਦਾ ਜਿਹਦੀ ਉਮਰ 18 ਸਾਲ ਆ ਜਾਂ 18 ਸਾਲ ਤੋਂ ਵੱਧ ਆ, ਉਹ ਆਪਣੇ ਕੋਲ 2.5 ਗ੍ਰਾਮ ਓਪੀਅਡ ਫੀਮ, ਕੋਈ ਵੀ ਹੈਰੋਇਨ, ਫੈਂਟਾਨਲ, ਕੋਕੇਨ, ਮੈਥਫੈਂਟਾਮੀਨ, MDMA, ਕੋਈ ਵੀ ਜਿਹੜਾ ਨਸ਼ਾ ਆ 2.5 ਗ੍ਰਾਮ ਤੱਕ ਖਾਣ ਲਈ ਆਪਣੇ ਕੋਲ ਰੱਖ ਸਕਦਾ। ਪੁਲਿਸ ਉਹਨੂੰ, ਸਰਕਾਰ ਉਹਨੂੰ ਕੁਛ ਨਹੀਂ ਕਹਿੰਦੀ। ਮਾਮਲਾ ਕੀ ਹੈ, ਆਪਣੇ ਆਪ ਦੇ ਵਿੱਚ ਗੱਲ ਬਹੁਤ ਹੈਰਾਨੀ ਹੈ। ਉਦੋਂ ਵੀ ਹੈਰਾਨੀ ਹੋਈ ਸੀ ਜਦੋਂ ਇਹਨੂੰ ਸ਼ੁਰੂ ਕੀਤਾ ਗਿਆ ਸੀ। ਇਹਨੂੰ ਇਹ ਕਹਿ ਰਹੇ ਆ ਕਿ ਡੀਕ੍ਰਿਮੀਨਲਾਈਜ਼ ਕਰ ਰਹੇ ਹਾਂ ਅਸੀਂ ਇਸ ਡਰੱਗ ਨੂੰ, ਮਤਲਬ ਅਲਾਓ ਨਹੀਂ, ਲੀਗਲ ਨਹੀਂ ਕਰ ਰਹੇ, ਕਾਨੂੰਨੀ ਮਾਨਤਾ ਨਹੀਂ ਦੇ ਰਹੇ, ਸਿਰਫ ਡੀਕ੍ਰਿਮੀਨਲਾਈਜ਼ ਕਰ ਰਹੇ ਹਾਂ। ਇੱਕ ਤਾਂ ਕਾਨੂੰਨੀ ਮਾਨਤਾ ਨਾ ਵੀ ਭੰਗ ਤੁਸੀਂ ਜਿੱਦਾਂ ਮਰਜ਼ੀ ਪੀ ਸਕਦੇ ਹੋ, ਲੀਗਲ ਹੋਊਗੀ। ਇਹ ਜਿਹੜੀਆਂ ਚੀਜ਼ਾਂ ਨੇ ਜਿਹਦੇ ਵਿੱਚ ਫੀਮ, ਹੈਰੋਇਨ, ਫੈਂਟਾਨਲ, ਕੋਕੇਨ, ਮੈਥਫੈਂਟਾਮੀਨ ਤੇ MDMA, ਇਹਨੂੰ ਡੀਕ੍ਰਿਮੀਨਲਾਈਜ਼ ਕਰ ਸਕਦੇ ਵੀ ਤੁਸੀਂ ਇਹਨੂੰ ਵੇਚ ਨਹੀਂ ਸਕਦੇ, ਵਪਾਰ ਨਹੀਂ ਕਰ ਸਕਦੇ, ਖਾਣ ਜੋਗੀ ਕੋਲ ਰੱਖ ਲਓ ਤੇ ਤੁਹਾਨੂੰ ਕੋਈ ਇਤਰਾਜ਼ ਨਹੀਂ। 2.5 ਗ੍ਰਾਮ ਇੱਕ ਜਣਾ, ਤੇ ਜੇ ਤੁਸੀਂ 4 ਜਣੇ ਬੈਠੇ ਕਾਰ ਦੇ ਵਿੱਚ ਤੇ ਤੋਲਾ ਫੀਮ ਰੱਖੀ ਜਾ ਸਕਦੀ ਆ ਸਰਕਾਰੀ ਕਾਨੂੰਨ ਦੇ ਹਿਸਾਬ ਨਾਲ 31 ਜਨਵਰੀ ਤੋਂ ਲੈ ਕੇ ਅਗਲੇ 3 ਸਾਲਾਂ ਤੱਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਮਾਮਲਾ ਕੀ ਆ, ਇਹ ਸਰਕਾਰ ਇਹ ਚਾਹੁੰਦੀ ਆ ਵੀ ਨਸ਼ਾ ਬਾਹਰੋਂ ਬਹੁਤ ਆ ਰਿਹਾ। ਬਾਹਰੋਂ ਦਾ ਮਤਲਬ ਜਿਹੜਾ ਸਿੰਥੈਟਿਕ ਡਰੱਗ ਆ, ਖਾਸ ਕਰਕੇ ਫੈਂਟਾਨਲ ਜਿਹੜੀ ਆ ਰਹੀ ਆ, ਉਹ ਮਾਰ ਰਹੀ ਆ ਲੋਕਾਂ ਨੂੰ। ਓਵਰਡੋਜ਼ ਡੈਥ 6-7 ਮੌਤਾਂ ਰੋਜ਼ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਿਰਫ ਓਵਰਡੋਜ਼ ਨਾਲ ਹੋ ਜਾਂਦੀਆਂ ਵੀ ਲੋਕ ਨਸ਼ਾ ਵੱਧ ਕਰਕੇ ਮਰ ਗਏ। ਉਹ ਨਸ਼ਾ ਵੱਧ ਕਰਕੇ ਨਹੀਂ ਮਰਦੇ, ਅਸਲ ਦੇ ਵਿੱਚ ਉਹ ਜਿਹੜਾ ਨਸ਼ਾ ਕਰ ਰਹੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਇਹਦੇ ਵਿੱਚ ਇਹਦੀ ਡਿਗਰੀ ਕਿੰਨੀ ਹੈ ਜਾਂ ਡੋਜ਼ ਹੈ ਕਿੰਨੀ, ਅੱਜ ਅਸੀਂ ਨਸ਼ਾ ਕਰਨਾ ਕਿੰਨਾ ਹੈ। ਉਹ ਜਿਹੜੀ ਮਿਲਾਵਟ ਆ ਰਹੀ ਹੈ, ਉਹਦੀ ਟੌਕਸਿਸਿਟੀ ਹੈ, ਜਿਹੜੀ ਉਹਦੀ ਜ਼ਹਿਰ ਆ ਨਸ਼ੇ ਦੇ ਵਿੱਚ, ਉਹਨੂੰ ਮਾਰਨ ਦੇ ਲਈ ਇਹਨਾਂ ਨੇ ਕਿਹਾ ਵੀ ਘੱਟੋ ਘੱਟ ਇਹਨਾਂ ਸਟਰੀਟ ਡਰੱਗਸ ਤੋਂ ਕਿਸੇ ਤਰ੍ਹਾਂ ਬਚਣ ਦੇ ਲਈ ਜੇ ਕੋਈ ਕੋਲ ਥੋੜ੍ਹੀ ਬਹੁਤੀ ਰੱਖ ਲੈਂਦਾ ਆ ਤਾਂ ਉਹਨੂੰ ਛੱਡ ਦਿੱਤਾ ਜਾਵੇ, ਇਹਨੂੰ ਡੀਕ੍ਰਿਮੀਨਲਾਈਜ਼ ਕਰ ਦਿੱਤਾ ਜਾਵੇ। ਇਸ ਸਾਲ ਦੇ ਵਿੱਚ ਇਹ ਇੱਕ ਵੱਡਾ ਸਟੈਪ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋਊਗਾ, ਜਿੱਥੇ ਲੋਕਾਂ ਨੂੰ ਇਹਦੀ ਆਗਿਆ 31 ਜਨਵਰੀ ਤੋਂ 3 ਸਾਲ ਦੇ ਲਈ ਇੱਕ ਤਜਰਬਾ, ਇੱਕ ਪਾਇਲਟ ਪ੍ਰੋਜੈਕਟ ਕੀਤਾ ਜਾ ਰਿਹਾ। ਬੇਨਤੀ ਕਰ ਰਿਹਾ ਸੀ BC ਇੱਕ ਹੋਰ ਡਰੱਗ ਲੋਕਾਂ ਨੂੰ ਰੱਖਣ ਦੀ ਆਗਿਆ ਦਿੱਤੀ ਜਾਵੇ, ਪਰ ਉਹਨਾਂ ਨੇ ਸਿਰਫ 2.5 ਗ੍ਰਾਮ ਡਰੱਗ ਦੀ ਆਗਿਆ ਦਿੱਤੀ ਹੈ। ਤੇ ਇਹਦੀ ਆਲੋਚਨਾ ਵੀ ਬਹੁਤ ਹੋ ਰਹੀ ਹੈ ਕਿ ਤੁਸੀਂ ਆਪ ਲੋਕਾਂ ਨੂੰ ਨਸ਼ੇ ਦੇ ਉੱਤੇ ਲਾ ਰਹੇ ਹੋ, ਕਿ ਤੁਹਾਨੂੰ ਕਹਿਣਾ ਹੀ ਕਿਸੇ ਨੇ ਕੁਛ ਨਹੀਂ, ਤੇ ਉੱਥੇ ਕਿਹੜਾ ਕਿਸੇ ਨੇ ਤੋਲ ਕੇ ਦੇਖਣੀ ਹੈ ਵੀ ਤੁਸੀਂ 2.5 ਗ੍ਰਾਮ ਰੱਖੀ ਹੈ ਕਿ 5 ਗ੍ਰਾਮ ਰੱਖੀ ਆ। ਇੱਕ ਤਰੀਕੇ ਦੇ ਨਾਲ ਤੁਸੀਂ ਲੋਕਾਂ ਨੂੰ ਅਲਾਓ ਕਰ ਦਿੱਤਾ ਕਿ ਤੁਸੀਂ ਨਸ਼ਾ ਕਰੋ, ਪਰ ਜਿਹੜੀ ਮਾਡਰਨ ਅਪਰੋਚ ਆ ਨਸ਼ੇ ਦੇ ਲਈ ਉਹ ਇਹੀ ਆ ਕਿ ਜਿਹੜਾ ਗੈਰ ਕਾਨੂੰਨੀ ਨਸ਼ਾ ਹੈ ਉਹਨੂੰ ਘਟਾ ਦਿਓ, ਜਿਹੜਾ ਦੂਜਾ ਨਸ਼ਾ ਹੈ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਜਿਹਨੇ ਕਰਨਾ ਹੀ ਆ ਉਹ ਕਰ ਲਵੇ। ਉਹਦੇ ਨਾਲ ਘੱਟੋ ਘੱਟ ਮਰਨ ਵਾਲੇ ਲੋਕਾਂ ਦੀ ਗਿਣਤੀ ਘੱਟ ਜੂਗੀ, ਲੋਕ ਇਸ ਨਸ਼ੇ ਦੀ ਨਾਲ ਮਰਨ ਤੋਂ ਬਚ ਜਾਣਗੇ। ਦੋਸਤੋ, ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕੱਲ੍ਹ ਦੇ ਕੁਝ ਹੋਰ ਮਸਲਿਆਂ ਦੇ ਨਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।